ਵਾਹਿਗੁਰੂ ਜੀ। ਜੇ ਸੋ ਚੰਦਾ ਉਗਵੈ ਸੂਰਜ ਚੜ੍ਹੈ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਸ਼੍ਰੀ ਨਾਨਕ ਪਦ ਪੰਕਜ ਬੰਧਨ ਪਦ ਪੰਕਜ ਬੰਧਨ ਸਿਮਰੋ ਅੰਗਦ ਦੁਖ ਨਿਕੰਦਨ। ਸ਼੍ਰੀ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਨਿਤ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸ਼ਕ ਵਾਹਿਗੁਰੂ ਬਿਗਨਨ ਕੇ ਨਾਸ਼ਕ। ਸ਼੍ਰੀ ਹਰਿ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਵਾਹਿਗੁਰੂ ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਵਾਹਿਗੁਰੂ ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਰੋ ਤਰਾ ਪਰ ਪੁੰਨ ਪੁੰਨ ਸੀਸਾ ਵਾਹਿਗੁਰੂ ਪੁੰਨ ਪੁੰਨ ਸੀਸਾ। ਬੰਦੋ ਬਾਰ ਬਾਰ ਜਗਦੀਸਾ। ਜਿਸ ਮੈਂ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਤੈ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ। ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਬਰ ਨ ਸਕੈ ਮਹਿਮਾ ਜੋ ਤਿਹਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹਾ ਤੁਮ ਕਥਾ ਸੁਧਾਰੀ। ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹਾ ਤੁਮ ਕਥਾ ਸੁਧਾਰੀ। ਗੁਰੂ ਰੂਪ ਗੁਰੂ ਖਾਲਸਾ ਗੁਰੂ ਪਿਆਰੀ ਸਾਧ ਸੰਗਤ ਜੀਓ। ਗੁਰੂ ਪਿਤਾ ਜੀ ਨੇ ਸੁਭਾਗਾ ਸਮਾਂ ਬਖਸ਼ਿਸ਼ ਕੀਤਾ ਹੈ। ਵੱਡੇ ਭਾਗਾਂ ਵਾਲੇ ਹੋ ਜੋ ਗੁਰੂ ਮਹਾਰਾਜ ਜੀ ਦੇ ਚਰਨਾਂ ਵਿੱਚ ਪਹੁੰਚ ਕੇ ਪਾਤਸ਼ਾਹ ਜੀ ਦੀ ਇਲਾਹੀ ਬਾਣੀ ਰੱਬੀ ਬਾਣੀ ਦੀਆਂ ਵਿਚਾਰਾਂ ਗੁਰਬਾਣੀ ਦੀਆਂ ਵਿਚਾਰਾਂ ਕਰਨ ਦੇ ਲਈ ਇਕੱਤਰ ਹੋਏ ਹੋ। ਗੁਰੂ ਪਿਤਾ ਜੀ ਦੀ ਪਾਵਨ ਪਵਿੱਤਰ ਗੋਦ ਅੰਦਰ ਨਿੱਘ ਮਾਨ ਰਹੇ ਸਤਸੰਗੀ ਜਣੋ, ਆਓ ਗੁਰ ਵਿਚਾਰਾਂ ਦੇ ਨਾਲ ਜੁੜਨਾ ਕਰੀਏ। ਜਿੱਥੋਂ ਤੱਕ ਵੀ ਆਵਾਜ਼ ਜਾਂਦੀ ਹੈ, ਗੁਰੂ ਪਿਆਰੀਆਂ ਸੰਗਤਾਂ ਅੱਗੇ ਬੇਨਤੀ ਕਿ ਗੁਰੂ ਕਿਆਂ ਚਰਨਾਂ ਦੇ ਵਿੱਚ ਆਣ ਕੇ ਸੁਸ਼ੋਭਿਤ ਹੋ ਕੇ ਬਾਣੀ ਦਾ ਆਨੰਦ, ਬਾਣੀ ਦਾ ਲਾਹਾ ਲਓ। ਗੁਰਬਾਣੀ ਦੇ ਨਾਲ ਜੁੜ ਕੇ ਆਪਣੇ ਜੀਵਨਾਂ ਨੂੰ, ਸਵਾਸਾਂ ਨੂੰ ਸਫਲਾ ਕਰੋ। ਜੋ ਹਰ ਰੋਜ਼ ਦੀ ਤਰ੍ਹਾਂ ਲੜੀਵਾਰ ਕਥਾ ਵਿਚਾਰ ਚੱਲਦੀ, ਅੱਜ ਦਾਸਾਂ ਨੂੰ ਸੁਭਾਗਾ ਸਮਾਂ ਪ੍ਰਾਪਤ ਹੋਇਆ। ਆਪ ਸਭ ਸੰਗਤਾਂ ਅੱਗੇ
ਗੁਰ ਵਿਚਾਰਾਂ ਕਥਾ ਵਿਚਾਰਾਂ ਕਰਨ ਦਾ। ਸੋ ਆਓ ਜਾਪ ਦੇ ਨਾਲ ਜੁੜਨਾ ਕਰੀਏ। ਪਾਤਸ਼ਾਹ ਜੀ ਸ਼੍ਰੀ ਗੁਰੂ ਆਦਿ ਗ੍ਰੰਥ ਸਾਹਿਬ ਜਾਹਰਾ ਜਹੂਰ, ਹਾਜ਼ਰਾ ਹਜੂਰ, ਸਰਬ ਕਲਾ ਭਰਪੂਰ। ਪਾਤਸ਼ਾਹ ਅੰਗ 379 ਦੇ ਵਿੱਚ ਲਿਖਦੇ ਨੇ, ਆਸਾ ਕਰ ਤੀਜਾ ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਜ ਮਿਲਕ ਜੋ ਬਨ ਗ੍ਰਹਿ ਸੋਭਾ, ਰੂਪਵੰਤ ਜਵਾਨੀ। ਬਹੁਤ ਦਰਬ ਹਸਤੀ ਅਰ ਕੋੜੇ, ਲਾਲ ਲਾਖ ਬਿਆਨੀ। ਇੱਕ ਵਾਰ ਗੁਰੂ ਪਿਤਾ ਜੀ ਕੋਲ ਇੱਕ ਰਾਜਨ ਆਇਆ ਤੇ ਉਸ ਰਾਜਨ ਨੂੰ ਗੁਰੂ ਪਿਤਾ ਜੀ ਕਿਸ ਤਰ੍ਹਾਂ ਉਪਦੇਸ਼ ਦਿੰਦੇ ਨੇ। ਪਾਤਸ਼ਾਹ ਜੀ ਆਖਦੇ ਨੇ, ਰਾਜ ਮਿਲਕ ਜੋਬਨ ਗ੍ਰਹਿ ਸੋਭਾ, ਰੂਪਵੰਤ ਜਵਾਨੀ। ਕਹਿੰਦੇ ਤੇਰੇ ਕੋਲ ਰਾਜ ਭਾਗ ਹੈ, ਮਿਲਕ ਭਾਗ ਜੰਗੀਰਾਂ ਨੇ, ਜੋਬਨ ਭਾਵ ਤੇਰੀ ਅਵਸਥਾ ਹੈ ਇਹਨਾਂ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ। ਗ੍ਰਹਿ ਭਾਵ ਤੇਰੇ ਕੋਲ ਵੱਡਾ ਘਰ, ਵੱਡਾ ਮਹਿਲ ਹੈ, ਸੋਭਾ ਹੁੰਦੀ ਹੈ ਤੇਰੀ ਸਾਰੇ ਪਾਸੇ, ਚਾਰੇ ਪਾਸੇ। ਸੁੰਦਰ ਰੂਪ ਹੈ ਤੇਰਾ, ਮਹਿਲਾਂ ਦੇ ਵਿੱਚ ਰਹਿ ਰਹਿ ਕੇ ਬੜਾ ਸੁੰਦਰ ਰੂਪ ਬਣ ਗਿਆ। ਪਰ ਗੁਰੂ ਦੀ ਬਾਣੀ ਤੋਂ ਬਿਨਾਂ, ਗੁਰਾਂ ਦੇ ਨਾਮ ਤੋਂ ਬਿਨਾਂ ਇਹ ਸਭ ਵਿਅਰਥ ਹੈ, ਇਹਨੇ ਮਿੱਟੀ ਹੋ ਜਾਣਾ। ਗੁਰਾਂ ਦੀ ਬਾਣੀ ਪੜ੍ਹੇ ਤੋਂ ਬਿਨਾਂ, ਨਾਮ ਨਾਲ ਜੁੜੇ ਤੋਂ ਬਿਨਾਂ। ਬਹੁਤ ਦਰਬ ਹਸਤੀ ਅਰ ਘੋੜੇ, ਲਾਲ ਲਾਖ ਬਿਆਨੀ। ਪਾਤਸ਼ਾਹ ਜੀ ਕਹਿੰਦੇ ਤੇਰੇ ਕੋਲ ਬੜੇ ਹੀ ਤਕੜੇ ਦਰਬ ਹਸਤੀ, ਹਾਥੀ ਘੋੜੇ ਹੈ। ਦਰਬ ਭਾਵ ਹੁੰਦਾ ਧਨ, ਬੜਾ ਜ਼ਿਆਦਾ ਧਨ ਹੈ। ਲੱਖਾਂ ਦੇ ਵਿੱਚ ਤੇਰੇ ਕੋਲ ਹੀਰੇ ਨੇ, ਬਿਆਨੀ, ਜਿਨ੍ਹਾਂ ਦਾ ਬਿਆਨ ਨਾ ਕੀਤਾ ਜਾ ਸਕੇ, ਕੀਮਤ ਬਿਆਨ ਨਾ ਕੀਤੀ ਜਾ ਸਕੇ। ਇੰਨੇ ਲਾਲ ਰਤਨ ਤੇਰੇ ਕੋਲ, ਇੰਨਾ ਧਨ ਹੈ। ਪਰ ਅੱਗੇ ਦਰਗਹਿ ਕਾਮ ਨਾ ਆਵੈ, ਛੋੜ ਚੱਲੈ ਅਭਿਮਾਨੀ। ਓਏ ਅਭਿਮਾਨੀ ਰਾਜਿਆ, ਅਭਿਮਾਨੀ ਪੁਰਸ਼ਾ, ਤੇਰੇ ਕੋਲ ਜਿੰਨਾ ਧਨ ਦੌਲਤ ਪਿਆ, ਇਹ ਤੇਰੇ ਅੱਗੇ ਪਰਲੋਕ ਦਰਗਹਿ ਦੇ ਵਿੱਚ ਕਿਸੇ ਕੰਮ ਨਹੀਂ ਆਉਣੇ। ਇਹਨਾਂ ਚੀਜ਼ਾਂ ਨੂੰ ਜੋੜਨਾ ਨਾ ਕਰ। ਠੀਕ ਹੈ, ਤੂੰ ਆਪਣੇ ਜੀਵਨ ਦੇ ਵਿੱਚ ਰਹਿ ਕੇ ਜੋ ਤੈਨੂੰ ਜੰਗੀਰਾਂ ਰਾਜ ਭਾਗ ਮਿਲਿਆ, ਇਹਦੇ ਵਿੱਚ ਖੁਸ਼ ਹੋ ਕੇ, ਇਹਨਾਂ ਜਗੀਰਾਂ ਦੇ ਵਿੱਚ ਰਹਿ ਕੇ ਤੂੰ ਗੁਰੂ ਦਾ ਨਾਮ ਜਪਣਾ ਕਰ, ਤੇਰਾ ਪਾਰ ਉਤਾਰਾ ਹੋ ਜਾਏਗਾ। ਗੁਰੂ ਪਿਤਾ ਜੀ ਦੇ ਨਾਲ ਜੁੜਨਾ ਕਰ, ਤੇਰਾ ਪਾਰ ਉਤਾਰਾ ਹੋ ਜਾਏਗਾ। ਪਰ ਨਾਮ ਤੋਂ ਬਿਨਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ, ਅਭਿਮਾਨੀ ਰਾਜਿਆ, ਇਹ ਸਾਰੀਆਂ ਤੇਰੀਆਂ ਚੀਜ਼ਾਂ ਵਿਅਰਥ ਨੇ, ਪਦਾਰਥ ਹੈ ਜਿਹੜੇ ਵਿਅਰਥ ਨੇ। ਕਾਹੇ ਏਕ ਬਿਨਾ ਚਿਤ ਲਾਈ ਹੈ, ਉਠਤ ਬੈਠਤ ਸੋਵਤ ਜਾਗਤ, ਸਦਾ ਸਦਾ ਹਰ ਧਿਆਈ ਹੈ। ਕਾਹੇ ਏਕ ਬਿਨਾ ਚਿੱਤ ਲਾਈਏ, ਕਿਉਂ ਅਸੀਂ ਕਿਸੇ ਹੋਰ ਬਿਨਾ ਚਿੱਤ ਲਾਈਏ। ਮੇਰਾ ਸਮਰੱਥ ਪਾਤਸ਼ਾਹ ਗੁਰੂ, ਇੰਨਾ ਵੱਡਾ ਪਰਮਾਤਮਾ, ਉਹਦੇ ਤੋਂ ਬਿਨਾਂ ਅਸੀਂ ਹੋਰ ਨਾਲ ਚਿੱਤ ਕਿਉਂ ਲਾਈਏ। ਇੰਨੀਆਂ ਦਾਤਾਂ ਵੰਡਣ ਵਾਲਾ ਗੁਰੂ, ਉਹਦੇ ਤੋਂ ਬਿਨਾਂ ਅਸੀਂ ਹੋਰ ਕਿਤੇ ਚਿੱਤ ਨਾ ਲਾਈਏ। ਇਹ ਉਪਦੇਸ਼ ਵੀ ਹੈ ਤੇ ਗੁਰੂ ਪਿਤਾ ਜੀ ਨੇ ਇਹ ਵੀ ਲਿਖਿਆ ਵੀ ਅਸੀਂ ਦਾਸ ਨਾਨਕ ਕਿਸੇ ਨਾਲ ਹੋਰ ਚਿੱਤ ਨਹੀਂ ਲਗਾਉਂਦਾ। ਤੇ ਆਪ ਸਭ ਵਡਭਾਗੀ ਪੁਰਸ਼ੋ, ਤੁਸੀਂ ਵੀ ਸਤਸੰਗੀ ਜਣੋ, ਤੁਸੀਂ ਵੀ ਕਿਸੇ ਹੋਰ ਦੇ ਨਾਲ ਚਿੱਤ ਨਾ ਲਾਉਣਾ ਕਰਿਓ। ਉਠਤ ਬੈਠਤ ਸੋਵਤ ਜਾਗਤ, ਉਠੰਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਗੁਰੂ ਦੇ ਨਾਮ ਨੂੰ ਧਿਆਉਣਾ ਕਰ, ਸਦਾ ਸਦਾ ਹਰ ਧਿਆਈਏ। ਹਰੀ ਪਰਮੇਸ਼ਵਰ ਦੇ ਨਾਮ ਨੂੰ ਸਦਾ ਹੀ ਧਿਆਉਣਾ ਕਰ। ਰਹਾਓ ਠਹਿਰਾਓ। ਮਹਾ ਬਚਿੱਤਰ ਸੁੰਦਰਿਆ ਖਾੜੇ, ਰਣ ਮੈਂ ਜਿੱਤੈ ਪਵਾੜੇ। ਪਾਤਸ਼ਾਹ ਜੀ ਕਹਿੰਦੇ, ਓਏ ਰਾਜਨ, ਤੇਰੇ ਕੋਲ ਬੜੇ ਸੁੰਦਰ ਅਖਾੜੇ ਨੇ,
ਰਣ ਦੇ ਵਿੱਚ ਜਦੋਂ ਤੂੰ ਲੜਨ ਜਾਂਦਾ ਹੈ, ਪਹਿਲਾਂ ਅਖਾੜਿਆਂ ਦੇ ਵਿੱਚ ਬੜਾ ਅਭਿਆਸ ਕਰਦਾ ਹੈ। ਤੇ ਦੂਸਰਾ ਅਰਥ ਗਿਆਨੀ ਕਿਰਪਾਲ ਜੀ ਨੇ ਅਖਾੜੇ ਦਾ ਲਿਖਿਆ ਹੈ ਕਿ ਭਾਵ ਨੱਚਣ ਵਾਲੀਆਂ ਨਿਰਤਕੀਆਂ ਹੁੰਦੀਆਂ ਜੋ ਉਹਨਾਂ ਦਾ ਆਨੰਦ ਮਾਣਦਾ ਹੈ। ਤੇ ਇੱਕ ਅਖਾੜਾ ਇੱਥੇ ਦੱਸਿਆ ਗਿਆ ਹੈ, ਜਿਹੜਾ ਅਖਾੜਾ ਜਿੱਥੇ ਤੂੰ ਅਭਿਆਸ ਕਰਦਾ ਹੈ ਜੰਗ ਦਾ, ਉੱਥੇ ਤੈਨੂੰ ਅਭਿਆਸ ਕਰਾਉਣ ਦੇ ਲਈ ਤੇਰੇ ਕਿੰਨੇ ਗੁਰੂ ਨੇ, ਤੈਨੂੰ ਕਿੰਨਾ ਵਧੀਆ ਸਿਖਾਉਂਦੇ ਨੇ। ਰਣ ਮੈਂ ਜਿੱਤੈ ਪਵਾੜੇ, ਜਦੋਂ ਤੂੰ ਪਵਾੜੇ ਦੇ ਵਿੱਚ, ਝਗੜੇ ਦੇ ਵਿੱਚ, ਯੁੱਧ ਦੇ ਵਿੱਚ ਜਾਂਦਾ, ਰਣ ਦੇ ਵਿੱਚ, ਰਣ ਭੂਮੀ ਦੇ ਵਿੱਚ ਯੁੱਧ ਕਰਨ ਦੇ ਲਈ ਜਾਂਦਾ, ਤੇ ਤੇਰੇ ਅੱਗੇ ਪਿੱਛੇ ਕਿੰਨੇ ਲੋਕ ਤੇਰੀ ਰੱਖਿਆ ਦੇ ਲਈ ਖੜਦੇ ਨੇ। ਲੜਨ ਵਾਲੇ ਹੋਰ ਨੇ, ਮਰਨ ਵਾਲੇ ਹੋਰ ਨੇ, ਪਰ ਤੂੰ ਯੁੱਧ ਦੇ ਵਿੱਚ ਜਦੋਂ ਜਾਣਾ, ਤੇਰੇ ਅੱਗੇ ਪਿੱਛੇ ਖੜਨ ਵਾਲੇ ਕਿੰਨੇ ਨੇ। ਇਹ ਤੇਰੀ ਮਾਇਆ, ਇਹ ਤੇਰੇ ਪੈਸੇ ਕਰਕੇ ਨੇ। ਤੇ ਇਹ ਸਭ ਅਭਿਮਾਨੀ ਪੁਰਸ਼ਾ, ਇਹ ਮਿੱਟੀ ਦੇ ਵਿੱਚ ਵਿਅਰਥ ਹੋ ਜਾਣਾ, ਵਿਅਰਥ ਹੈ ਇਹ ਸਭ ਕੁਝ, ਮਿੱਟੀ 'ਚ ਮਿਲ ਜਾਣਾ। ਅੱਗੇ ਪਾਤਸ਼ਾਹ ਜੀ ਲਿਖਦੇ ਨੇ ਅੰਗ 380 ਤੇ, ਹਉ ਮਾਰੋ ਹਉ ਬੰਦੋ ਛੋਡੋ, ਮੁਖ ਤੇ ਏਬ ਬਬਾੜੇ। ਪਾਤਸ਼ਾਹ ਜੀ ਕਹਿੰਦੇ ਕਿਸੇ ਨੂੰ ਬੰਦੀ ਬਣਾ ਲੈਣਾ, ਕਿਸੇ ਨੂੰ ਛੱਡ ਦੇਣਾ, ਕਿਸੇ ਨੂੰ ਮਾਰ ਦੇਣਾ, ਤੇ ਆਪਦੇ ਮੁਖ ਦੇ ਵਿੱਚੋਂ ਕਈਆਂ ਬਾਰੇ ਬੋਲਦਾ ਵੀ ਮੈਂ ਇਹਨੂੰ ਮਾਰ ਦਿਆਂਗਾ, ਇਹਨੂੰ ਛੱਡ ਦਿਆਂਗਾ, ਇਹਨੂੰ ਫੜ ਲਵਾਂਗਾ, ਬੰਦੀ ਬਣਾ ਲਵਾਂਗਾ। ਪਾਤਸ਼ਾਹ ਜੀ ਕਹਿੰਦੇ ਤੂੰ ਕਰਨ ਵਾਲਾ ਕੋਈ ਨਹੀਂ ਆ। ਜਿਸ ਦਿਨ ਗੁਰੂ ਪਿਤਾ ਜੀ ਨੇ ਤੇਰੇ ਤੋਂ ਕਰਵਾਉਣਾ, ਉਹ ਤੂੰ ਕਰਨਾ। ਐਵੇਂ ਮੁੱਖ ਤੇ ਬਬਾੜੇ ਨਾ ਬੋਲ, ਐਵੇਂ ਬੇਕਾਰ ਦਾ ਨਾ ਬੋਲੀ ਜਾ। ਗੁਰੂ ਪਿਤਾ ਜੀ ਨੇ ਜੋ ਕਰਵਾਉਣਾ ਤੇ ਇਥੋਂ ਉਹੀ ਕਰਾਇਆ ਜਾਣਾ, ਜੋ ਕਰਵਾਉਣਾ ਪਾਤਸ਼ਾਹ ਜੀ ਨੇ ਤੂੰ ਉਹੀ ਕਰੇਗਾ। ਆਇਆ ਹੁਕਮ ਪਾਰ ਬ੍ਰਹਮ ਕਾ, ਛੋੜ ਚੱਲਿਆ ਏਕ ਦਿਹਾੜੇ। ਜਦੋਂ ਗੁਰੂ ਪਿਤਾ ਪਾਰ ਬ੍ਰਹਮ ਪਰਮੇਸ਼ਵਰ ਹਰੀ ਦਾ ਹੁਕਮ ਆਉਣਾ, ਇੱਕ ਦਿਹਾੜੀ ਤੂੰ, ਇੱਕ ਦਿਹਾੜੀ ਦੇ ਵਿੱਚ ਤੂੰ ਇਹ ਸਾਰਾ ਸੰਸਾਰ, ਇਹ ਤੇਰਾ ਧਨ ਦੌਲਤ, ਤੇਰੀਆਂ ਰਿਆਸਤਾਂ ਛੱਡ ਕੇ ਇਸ ਦੁਨੀਆ ਤੋਂ ਚਲਿਆ ਜਾਣਾ। ਅੱਗੇ ਵੀ ਗੁਰੂ ਪਿਆਰਿਓ ਸਤਸੰਗੀ ਜਨੋ, ਮੈਂ ਇੱਕ ਬੇਨਤੀ ਕਰਦਾ ਉਹਨਾਂ, ਗੁਰੂ ਪਾਤਸ਼ਾਹ ਜੀ ਨੇ ਇੱਕ ਦਿਨ ਆਪਾਂ ਨੂੰ ਹੁਕਮ ਦਿੱਤਾ ਸੀ, ਪੰਕਤੀਆਂ ਦੇ ਵਿੱਚ ਲਿਖਿਆ ਸੀ ਕਿ ਜਿਹੜਾ ਸਾਡੇ ਕੋਲ ਜਿੰਨੇ ਧਨ ਦੌਲਤ ਪਈ ਹੈ, ਇਹ ਸਭ ਗੁਰੂ ਦੀ ਅਮਾਨਤ, ਇਹ ਸਭ ਕਿਸੇ ਨਾ ਕਿਸੇ ਦੀ ਅਮਾਨਤ ਪਈ ਹੈ। ਬੰਦਿਆ, ਤੜਕੇ ਤੋਂ ਲੈ ਕੇ ਆਥਣ ਤੱਕ ਤੈਨੂੰ ਸਿਰਫ ਖਾਣ ਦੇ ਲਈ ਰੋਟੀ ਚਾਹੀਦੀ ਹੈ, ਹੋਰ ਕੋਈ ਪੈਸਾ ਨਹੀਂ, ਹੋਰ ਕੋਈ ਧੇਲਾ ਨਹੀਂ ਖਾਂਦਾ ਤੂੰ। ਦਿਹਾੜੀ ਦੇ ਵਿੱਚ ਸਿਰਫ ਤੈਨੂੰ ਦੇਹ ਚਲਾਉਣ ਦੇ ਲਈ ਅੰਨ ਚਾਹੀਦਾ ਹੈ, ਹੋਰ ਸਭ ਇਕੱਠਾ ਕਰੀ ਚੱਲ, ਕੂੜ ਪਦਾਰਥ ਇਕੱਠੇ ਕਰੀ ਚੱਲ, ਉਹਨਾਂ ਦਾ ਕੋਈ ਫਾਇਦਾ ਨਹੀਂ। ਅੰਨ ਨਾ ਖਾਏ ਮਰ ਜਾਏਗਾ, ਪਰ ਜਿਹੜੀਆਂ ਚੀਜ਼ਾਂ ਇਕੱਠੀਆਂ ਨਾ ਕਰੇ ਫੇਰ ਨਹੀਂ ਮਰਦਾ। ਸਿਰਫ ਔਰ ਸਿਰਫ ਇੱਕ ਦਿਨ ਦੇ ਵਿੱਚ ਤੇਰਾ ਅੰਨ ਤੇਰੇ ਲਈ ਸਹਾਈ ਹੁੰਦਾ ਹੈ, ਚੀਜ਼ਾਂ ਇਕੱਠੀਆਂ ਇਕੱਤਰ ਕੀਤੀਆਂ ਉਹ ਸਹਾਈ ਨਹੀਂ ਹੁੰਦੀਆਂ। ਤੇ ਕੋਈ ਪਤਾ ਨਹੀਂ ਤੂੰ ਬਹੁਤ ਜ਼ਿਆਦਾ ਧਨ ਇਕੱਠਾ ਕਰ ਲਵੇਂ ਤੇ ਤੈਨੂੰ ਉਹ ਖਰਚਣ ਦਾ ਸਮਾਂ ਹੀ ਨਾ ਮਿਲੇ। ਉਹਦੇ ਤੋਂ ਪਹਿਲਾਂ ਹੀ ਜਿਹੜਾ ਗੁਰੂ ਦਾ ਹੁਕਮ ਹੈ ਉਹ ਆ ਜਾਏ, ਇੱਕ ਦਿਹਾੜੀ ਦੇ ਵਿੱਚ ਹੀ ਤੂੰ ਚਲਿਆ ਜਾਏ, ਚੀਜ਼ਾਂ ਨੂੰ ਇਕੱਤਰ ਤੇ ਪਦਾਰਥਾਂ ਨੂੰ ਇਕੱਤਰ ਤੇ ਕਰ ਲਏ, ਪਰ ਤੈਨੂੰ ਖਰਚ ਕਰਨ ਦਾ ਜਿਹੜਾ ਸਮਾਂ ਨਾ ਮਿਲੇ। ਇਹ ਗੁਰੂ ਦਾ ਹੁਕਮ ਹੈ। ਗੁਰੂ ਦੇ ਹੁਕਮ ਦੇ ਵਿੱਚ ਚੱਲਣਾ ਕਰ ਮਨੁੱਖਾ, ਕਰਮੇ ਧਰਮ ਜੁਗਤ ਬਹੁ ਕਰਤਾ, ਕਰਨਾ ਹਾਰ ਨਾ ਜਾਣੈ। ਕਰਮ ਤੇ ਧਰਮ ਬੜਾ ਕਰਦਾ ਹੈ, ਬਹੁਤ ਸਾਰੀਆਂ ਜੁਗਤੀਆਂ ਅਪਣਾਉਣਾ, ਭਾਵ ਬੜੇ ਹਵਨ ਕਰਵਾਉਣਾ, ਬੜੇ ਪਾਠ ਪੂਜਾ ਕਰਵਾਉਣਾ, ਪਰ ਕਰਨਾ ਹਾਰ ਨਾ ਜਾਣੈ। ਜਿਹੜਾ ਕਰਨ ਹਾਰ ਪਰਮੇਸ਼ਵਰ ਪਾਤਸ਼ਾਹ ਜਿਹਦੀ ਉਸਤਤੀ ਦੇ ਵਿੱਚ ਅਸੀਂ ਪਾਠ ਪੂਜਾ ਕਰਵਾਉਣੇ ਆ, ਜਿਹਦੀ ਉਸਤਤੀ ਦੇ ਵਿੱਚ ਅਸੀਂ ਬਾਣੀ ਪੜ੍ਹਾਉਣੇ ਆ, ਹਵਨ ਕਰਵਾਉਣੇ ਆ, ਉਸ ਪਰਮੇਸ਼ਵਰ ਨੂੰ ਅਸੀਂ ਜਾਣਦੇ ਨਹੀਂ।
ਉਸ ਪਰਮੇਸ਼ਵਰ ਦੇ ਨਾਲ ਅਸੀਂ ਜੁੜਨਾ ਨਹੀਂ ਕਰਦੇ। ਸਿਰਫ ਇੱਕ ਫਾਰਮੈਲਿਟੀ ਰਹਿ ਗਈ ਵੀ ਪਾਠ ਕਰਵਾਓ, ਸਾਡੀ ਸੁਖਣਾ ਪੂਰੀ ਹੋ ਗਈ, ਬਸ ਇੱਥੋਂ ਤੱਕ। ਬਾਣੀ ਨੂੰ ਆਪ ਪੜ੍ਹੋ, ਬਾਣੀ ਨੂੰ ਜਾਣਨਾ ਕਰੋ, ਉਸ ਕਰਨ ਹਾਰ ਨੂੰ ਜਾਣ ਜਾਓਗੇ। ਇਸੇ ਲਈ ਪਾਤਸ਼ਾਹ ਜੀ ਨੇ ਲਿਖਿਆ, ਕਰਮ ਧਰਮ ਜੁਗਤ ਬਹੁ ਕਰਤਾ, ਕਰਨੇ ਹਾਰ ਨਾ ਜਾਣੇ। ਕਰਮ ਬੜੇ ਕਰਦਾ, ਧਰਮ ਬੜੇ ਕਰਦਾ, ਜੁਗਤੀਆਂ ਬੜੀਆਂ ਕਰਦਾ, ਪਰ ਕਰਨੇ ਹਾਰ ਨੂੰ ਨਹੀਂ ਜਾਣਦਾ। ਉਪਦੇਸ਼ ਕਰੇ ਆਪ ਨਾ ਕਮਾਵੇ, ਤਤ ਸ਼ਬਦ ਨਾ ਪਛਾਨੈ। ਹੁਣ ਲੋਕਾਂ ਨੂੰ ਉਪਦੇਸ਼ ਕਰਦਾ ਰਹਿਣਾ, ਲੋਕਾਂ ਨੂੰ ਦੱਸਦਾ ਰਹਿਣਾ, ਉਹ ਹਰੀ ਪਰਮੇਸ਼ਵਰ ਹੈ, ਬੜਾ ਤਕੜਾ ਹੈ। ਸੁਣੀਆਂ ਸੁਣਾਈਆਂ ਗੱਲਾਂ ਲੋਕਾਂ ਕੋਲ ਕਰਦਾ ਰਹਿਣਾ, ਆਪ ਨਾ ਕਮਾਵੇ। ਲੋਕਾਂ ਨੂੰ ਜ਼ਰੂਰ ਕਹਿਣਾ ਬਾਣੀ ਪੜ੍ਹਿਆ ਕਰੋ, ਦਸਤਾਰਾਂ ਬੰਨਿਆ ਕਰੋ, ਪਰ ਆਪ ਉਹ ਕਮਾਉਂਦਾ ਨਹੀਂ ਆ। ਲੋਕਾਂ ਨੂੰ ਉਪਦੇਸ਼ ਦਿੰਦਾ, ਆਪ ਕਮਾਉਂਦਾ ਨਹੀਂ ਆ। ਸ਼ਬਦ ਨਾ ਪਛਾਨੈ, ਉਸ ਸ਼ਬਦ ਨੂੰ ਪਛਾਣਦਾ ਨਹੀਂ, ਗੁਰੂ ਪਿਤਾ ਨੂੰ ਪਛਾਣਦਾ ਨਹੀਂ, ਤੇ ਤੂੰ ਵਾਂਝਾ ਹੀ ਰਹਿ ਜਾਂਦਾ। ਅਗਿਆਨਤਾ ਦੇ ਵਿੱਚ ਹੀ ਤੁਰਿਆ ਫਿਰਦਾ, ਹਨੇਰੇ ਦੀਆਂ ਕੰਧਾਂ ਦੇ ਵਿੱਚ ਹੀ ਟੱਕਰਾਂ ਮਾਰਦਾ ਫਿਰਦਾ। ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ, ਨਾਂਗਾ ਆਇਆ ਨਾਂਗਾ ਜਾਸੀ, ਜੋ ਹਸਤੀ ਖਾਕ ਸ਼ਨ। ਇਹੋ ਜਿਹੇ ਕਰਮ ਕੁਕਰਮ ਕਰਕੇ, ਇਹੋ ਜਿਹੇ ਮਾੜੇ ਕਰਮ ਕਰਕੇ ਤੂੰ ਨਾਂਗਾ ਆਇਆ। ਤੇਰੇ ਹੱਥ ਦੇ ਵਿੱਚ ਕੁਝ ਨਹੀਂ ਸੀ, ਤਨ ਦੇ ਉੱਪਰ ਕੱਪੜਾ ਨਹੀਂ ਸੀ, ਤੇ ਨਾਂਗਾ ਹੀ ਜਾਇਆ, ਨੰਗਾ ਹੀ ਚਲਾ ਜਾਣਾ। ਹੱਥ ਦੇ ਵਿੱਚ ਕੁਝ ਨਹੀਂ ਹੁੰਦਾ, ਜਿਹੜੇ ਕੱਪੜੇ ਪਾਏ ਨੇ ਉਹ ਜਲੀ ਜਾਂਦੇ ਨੇ, ਆਤਮਾ ਜਿਹੜੀ ਉਹ ਚਲੀ ਜਾਂਦੀ ਹੈ। ਨਾਂਗੋ ਜਾਸੀ ਜਿਉ ਹਸਤੀ ਖਾਕ ਸ਼ਨ ਹੈ। ਇੱਥੇ ਹਸਤੀ ਕਿਹਾ ਗਿਆ ਹਾਥੀ ਨੂੰ, ਹਸਤੀ। ਹਾਥੀ ਜਿਵੇਂ ਨਹਾ ਕੇ ਕਹਿੰਦੇ ਖਾਕ ਨੂੰ ਛਾਣ ਦਿੰਦਾ, ਭਾਵ ਹਾਥੀ ਨਹਾ ਕੇ ਮਿੱਟੀ ਉਡਾ ਦਿੰਦਾ। ਇੱਕ ਦਿਨ ਪੰਗਤੀ ਆਈ ਸੀ, ਉਹਦੇ ਵਿੱਚ ਕੁੰਚਰ, ਕੁੰਚਰ ਵੀ ਹਾਥੀ ਨੂੰ ਕਿਹਾ ਗਿਆ, ਹਸਤੀ ਵੀ ਹਾਥੀ ਨੂੰ ਕਿਹਾ ਗਿਆ। ਗੁਰੂ ਪਿਤਾ ਜੀ ਕਹਿੰਦੇ, ਇਹੋ ਜਿਹੇ ਕੁਕਰਮ ਕਰਕੇ ਜਿਸ ਤਰ੍ਹਾਂ ਹਾਥੀ ਹੈ, ਨਹਾ ਕੇ ਆਪਦੇ ਉੱਪਰ ਖਾਕ ਛਾਣ ਲੈਂਦਾ, ਮਿੱਟੀ ਉਡਾ ਦਿੰਦਾ, ਆਪਦੇ ਉੱਪਰ ਪਾ ਲੈਂਦਾ, ਉਸੇ ਤਰ੍ਹਾਂ ਹੀ ਬੰਦਿਆ ਤੂੰ ਮਾੜੇ ਕੁਕਰਮ ਕਰਕੇ ਜਿਹੜੇ ਤੇਰੇ ਚੰਗੇ ਕਰਮ ਨੇ, ਉਹਨਾਂ ਨੂੰ ਵੀ ਤੂੰ ਖਾਕ ਦੇ ਵਾਂਗ ਛਾਣ ਦਿੰਦਾ। ਇਹੋ ਜਿਹੇ ਲੋਕਾਂ ਨੂੰ ਦੱਸ ਕੇ ਆਪ ਕਮਾਉਣਾ ਨਹੀਂ, ਕਰਨਾ ਨਹੀਂ, ਤੇ ਆਪਦੇ ਉੱਪਰ ਖਾਕ ਛਾਨੀ ਜਾਣਾ। ਹੱਥ ਦੇ ਵਿੱਚ ਕੁਝ ਨਹੀਂ ਰਹਿੰਦਾ, ਹੋਰ ਹੀ ਪਦਾਰਥਾਂ ਪਿੱਛੇ ਭੱਜਿਆ ਫਿਰਦਾ। ਇੱਕ ਪਾਤਸ਼ਾਹ ਜੀ ਨੇ ਲਿਖਿਆ ਅੰਗ 1428 ਤੇ, ਜਿਹੜੇ ਆਪਾਂ ਸਲੋਕ ਪੜ੍ਹਦੇ ਆ, ਉਹਨਾਂ ਦੇ ਵਿੱਚ ਵੀ ਪਾਤਸ਼ਾਹ ਜੀ ਨੇ ਲਿਖਿਆ, ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ। ਨਾਨਕ ਨੇ ਫਲ ਜਾਤ ਤਹਿ ਜਿਉ ਕੁੰਚਰ ਇਸ਼ਨਾਨ। ਇਹ ਸ਼ਬਦ, ਇਹ ਪੰਕਤੀ ਦਾ ਅਰਥ ਵੀ ਉਹੀ ਬਣਦਾ ਹੈ, ਹਾਥੀ ਵਾਲਾ। ਕੁੰਚਰ ਵੀ ਹਾਥੀ ਨੂੰ ਕਹਿੰਦੇ ਨੇ। ਸੰਤ ਸਾਜਨ ਸੁਨੋ ਸਭ ਮੀਤਾ, ਝੂਠਾ ਇਹੋ ਪਾਸਾਰਾ। ਮੇਰੀ ਮੇਰੀ ਕਰ ਕਰ ਡੁੱਬੈ, ਖੱਪ ਖੱਪ ਮੂਏ ਗਵਾਰਾ। ਹੇ ਮੇਰੇ ਮਿੱਤਰੋ, ਹੇ ਮੇਰੇ ਸੱਜਣੋ, ਸਤ ਸੰਗ ਦੇ ਨਾਲ ਮਿਲ ਕੇ, ਸੱਜਣਾ ਦੇ ਨਾਲ ਮਿਲ ਕੇ ਤੁਸੀਂ ਸਾਰੇ ਸੁਣਨਾ ਕਰੋ। ਇਹ ਜਿਹੜਾ ਸੰਸਾਰ ਦਾ ਪਾਸਾਰਾ, ਇਹ ਸਾਰਾ ਝੂਠਾ ਹੈ। ਸੰਸਾਰਿਕ ਮਾਇਆ ਇਹ ਸਭ ਝੂਠੀ ਹੈ। ਇਸ ਸੰਸਾਰ ਕਲਯੁਗ ਦੇ ਵਿੱਚ, ਕੂੜ ਦੇ ਸਾਗਰ ਦੇ ਵਿੱਚ, ਬਿਖ ਦੇ ਸਾਗਰ ਦੇ ਵਿੱਚ, ਜ਼ਹਿਰ ਘੋਲਣ ਵਾਲੇ ਇਨਸਾਨਾਂ ਦੇ ਵਿੱਚ ਸਿਰਫ ਔਰ ਸਿਰਫ ਹਰੀ ਪਰਮੇਸ਼ਵਰ ਪਿਤਾ ਦਾ ਨਾਮ ਹੈ, ਜਿਹੜਾ ਸੱਚ ਹੈ, ਤੇ ਬੰਦੇ ਦੇ ਹਿਰਦੇ ਨੂੰ ਸ਼ੀਤਲ ਕਰ ਦੇਣ ਵਾਲਾ, ਠੰਡਾ ਕਰ ਦੇਣ ਵਾਲਾ। ਮੇਰੀ ਮੇਰੀ ਕਰ ਕਰ ਡੁੱਬੈ, ਖੱਪ ਖੱਪ ਮੂਹੇ ਗਵਾਰਾ। ਓਏ ਪੁਰਸ਼ਾ, ਮੇਰੀ ਮੇਰੀ ਕਰਕੇ ਖੱਪ ਜਾਨਾ, ਮਰ ਜਾਨਾ, ਤੇ ਇਹ ਡੁੱਬੈ ਖੱਪ ਖੱਪ ਮੂਹੇ ਗਵਾਰਾ। ਇਸ ਸੰਸਾਰ ਦੇ ਸਾਗਰ ਦੇ ਵਿੱਚ, ਅਗਨੀ ਦੇ ਸਾਗਰ ਦੇ ਵਿੱਚ ਡੁੱਬ ਕੇ ਸੜ ਜਾਨਾ, ਸੁਆਹ ਹੋ ਜਾਨਾ।
ਜਿੱਥੇ ਹਉਮੈ ਆ ਗਈ, ਹੰਕਾਰ ਆ ਗਿਆ, ਉੱਥੇ ਗੁੱਸਾ ਕ੍ਰੋਧ ਆ ਗਿਆ। ਤੇ ਕ੍ਰੋਧ ਪਾਪ ਕਰਵਾਉਂਦਾ ਹੈ, ਤੇ ਪਾਪ ਦੇ ਨਾਲ ਸਾਡਾ ਸਾਰਾ ਕੁਝ ਵਿਅਰਥ ਚਲਾ ਜਾਂਦਾ ਹੈ, ਕੀਤੀ ਸੇਵਾ ਵੀ। ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਮੇਰੀ ਮੇਰੀ ਨਾ ਕਰੀ। ਇੱਕ ਨਿੱਕੀ ਜਿਹੀ ਮੇਰੀ ਤੋਂ ਮੈਂ ਤੋਂ ਤੇਰੀ ਲੜਾਈ ਸ਼ੁਰੂ ਹੋਣੀ ਹੈ ਤੇ ਤੈਨੂੰ ਜੇਲਾਂ ਦੇ ਵਿੱਚ ਧਕੇਲ ਦੇਣਾ, ਤੈਨੂੰ ਨਰਕਾਂ ਦੇ ਵਿੱਚ ਧਕੇਲ ਦੇਣਾ। ਇੱਕ ਨਿੱਕੀ ਜਿਹੀ ਮੈਂ ਤੋਂ ਮੇਰੀ ਤੋਂ ਲੜਾਈ ਸ਼ੁਰੂ ਹੋਣੀ ਹੈ। ਗੁਰ ਮਿਲ ਨਾਨਕ ਨਾਮ ਧਿਆਇਆ, ਸਾਚ ਨਾਮ ਨਿਸਤਾਰਾ। ਗੁਰੂ ਦੇ ਨਾਲ ਮਿਲ ਕੇ, ਪਰਮੇਸ਼ਵਰ ਦੇ ਨਾਲ ਮਿਲ ਕੇ ਨਾਮ ਧਿਆਉਣਾ ਕਰ। ਗੁਰੂ ਦੇ ਨਾਲ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਮਿਲ ਕੇ ਉਪਦੇਸ਼ ਨੂੰ ਸੁਣ ਕੇ ਉਸ ਪਰਮੇਸ਼ਵਰ ਪਤੀ ਹਰੀ ਦਾ ਨਾਮ ਧਿਆਉਣਾ ਕਰੋ। ਸਾਚ ਨਾਮ ਨਿਸਤਾਰਾ, ਸੱਚੇ ਨਾਮ ਨੇ ਸਾਡਾ ਜਿਹੜਾ ਨਿਸਤਾਰਾ, ਪਾਰ ਉਤਾਰਾ ਕਰ ਦੇਣਾ ਹੈ। ਸੱਚੇ ਨਾਮ ਦੇ ਨਾਲ ਹੀ ਹੈ ਜਿਹੜਾ ਪਾਰ ਉਤਾਰਾ ਹੋਏਗਾ। ਰਾਗ ਆਸਾ ਘਰ ਪੰਜਵਾ, ਮਹੱਲਾ ਪੰਜਵਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਭ੍ਰਮ ਮੈਂ ਸੋਈ ਜਗਤ, ਸਗਲ ਧੰਦ ਅੰਧ, ਕੋ ਜਾਗੈ ਹਰ ਜਨ। ਪਾਤਸ਼ਾਹ ਜੀ ਲਿਖਦੇ ਨੇ ਇਸ ਸ੍ਰਿਸ਼ਟੀ ਦੇ ਉੱਪਰ ਸਾਰੇ ਅੰਧੇ ਨੇ। ਕਾਹਦੇ ਵਿੱਚ ਅੰਧੇ ਨੇ? ਪਦਾਰਥਾਂ ਦੇ ਧੰਦਿਆਂ ਦੇ ਵਿੱਚ, ਪਦਾਰਥਾਂ ਨੂੰ ਪਾਉਣ ਦੀ ਚਾਹਤ ਦੇ ਵਿੱਚ ਸਾਰੇ ਅੰਨੇ ਹੋਏ ਫਿਰਦੇ ਨੇ, ਇੱਕ ਦੂਜੇ ਦੇ ਵਿੱਚ ਵੱਜਦੇ ਫਿਰਦੇ ਨੇ। ਸਾਰੀ ਦੁਨੀਆ ਜਿਹੜੀ ਧੰਦਿਆਂ ਦੇ ਵਿੱਚ ਅੰਨੀ ਹੋਈ ਪਈ ਹੈ, ਤੇ ਜਿਹੜੀ ਭਰਮ ਰੂਪੀ ਨੀਂਦ ਹੈ, ਵਹਿਮਾਂ ਰੂਪੀ ਨੀਂਦ ਹੈ, ਇਹਦੇ ਵਿੱਚ ਸੁੱਤੀ ਪਈ ਹੈ। ਅਗਿਆਨਤਾ ਰੂਪੀ, ਅਵਿਦਿਆ ਰੂਪੀ ਨੀਂਦ ਹੈ, ਇਹਦੇ ਵਿੱਚ ਸੁੱਤੀ ਪਈ ਹੈ। ਜਿੱਥੇ ਅਗਿਆਨਤਾ ਹੈ ਉੱਥੇ ਅਸੀਂ ਗੁਰੂ ਪਿਤਾ ਨਾਲ ਨਹੀਂ ਜੁੜ ਸਕਦੇ। ਜਿੱਥੇ ਅਸੀਂ ਧੰਦਿਆਂ ਪਿੱਛੇ, ਕਰਮਾਂ ਪਿੱਛੇ ਭੱਜਦੇ ਹਾਂ, ਪਦਾਰਥਾਂ ਪਿੱਛੇ ਭੱਜਦੇ ਹਾਂ, ਸਾਨੂੰ ਗਿਆਨ ਲੈਣ ਦਾ ਸਮਾਂ ਹੀ ਨਹੀਂ ਪ੍ਰਾਪਤ ਹੁੰਦਾ। ਤੇ ਜਦੋਂ ਸਮਾਂ ਹੀ ਨਹੀਂ ਪ੍ਰਾਪਤ ਹੁੰਦਾ ਤੇ ਗੁਰੂ ਪਿਤਾ ਜੀ ਦੇ ਰਾਸਤੇ ਵੱਲ ਕਿਹਨੇ ਚੱਲਣਾ ਹੈ, ਜਿਹਨੂੰ ਸਮਾਂ ਹੀ ਨਹੀਂ ਪ੍ਰਾਪਤ ਹੁੰਦਾ। ਭ੍ਰਮ ਮੈਂ ਸੋਈ ਸਗਲ ਜਗਤ, ਧੰਦ ਅੰਧ, ਕੋ ਜਾਗੈ ਹਰ ਜਨ। ਇਸ ਸੰਸਾਰ ਦੇ ਵਿੱਚੋਂ, ਇਹੋ ਜਿਹੀ ਅੰਧੀ ਦੁਨੀਆ ਦੇ ਵਿੱਚੋਂ ਜਿਹਨੂੰ ਪਾਤਸ਼ਾਹ ਜੀ ਸੋਝੀ ਬਖਸ਼ਿਸ਼ ਕਰਦੇ ਨੇ, ਜਿਹੜਾ ਬੰਦਾ ਮਨ ਨੂੰ ਭਾ ਜਾਏ ਉਹ ਫਿਰ ਜਾਗਦਾ ਹੈ, ਉਹ ਸੁੱਤਾ ਪਿਆ ਉੱਠਦਾ ਹੈ। ਤੇ ਉਹ ਵਿਰਲਾ ਹੀ ਬੰਦਾ ਜਿਹੜਾ ਨਾਮ ਨੂੰ ਜਪਣਾ ਕਰਦਾ ਹੈ। ਮਹਾ ਮੋਹਣੀ ਮਗਨ ਪ੍ਰੈ ਪ੍ਰੀਤ ਪ੍ਰਾਨ, ਕਉ ਤਿਆਗੈ ਵਿਰਲਾ। ਮਹਾ ਮੋਹਣੀ ਮਾਇਆ, ਮਗਨ ਪ੍ਰੈ ਪ੍ਰੀਤ ਪ੍ਰਾਨ। ਸਾਰੇ ਕਾਸੇ ਨੂੰ ਮਹਾਰਾਜ ਜੀ ਅੱਗੇ ਸੌਂਪਣਾ ਪੈਂਦਾ ਹੈ। ਸਾਰੇ ਪਦਾਰਥਾਂ ਨੂੰ, ਸਾਰੀਆਂ ਚੀਜ਼ਾਂ ਨੂੰ ਮਹਾਰਾਜ ਜੀ ਅੱਗੇ ਸੌਂਪਣਾ ਪੈਂਦਾ ਹੈ। ਤੇ ਇਹੋ ਜਿਹਾ ਤਿਆਗ ਦਾਤਾ, ਇਹੋ ਜਿਹਾ ਤਿਆਗਣਹਾਰ ਇਨਸਾਨ, ਪੁਰਸ਼ ਕੋਈ ਕੋਈ ਵਿਰਲਾ ਵਿਰਲਾ, ਜਿਹੜਾ ਗੁਰੂ ਪਿਤਾ ਜੀ ਨੂੰ ਆਪਣਾ ਸਾਰਾ ਕੁਝ ਸੌਂਪ ਦੇਵੇ। ਤੇ ਜਦੋਂ ਗੁਰੂ ਪਿਤਾ ਜੀ ਅੱਗੇ ਸਾਰਾ ਕੁਝ ਸੌਂਪ ਦਿੱਤਾ ਤੇ ਉਹ 10 ਗੁਣਾ ਵੱਧ ਕੇ ਸਾਨੂੰ ਪ੍ਰਾਪਤ ਹੁੰਦਾ ਹੈ। ਦੇਖੋ, ਆਪਾਂ ਕੋਈ ਬਿਜ਼ਨਸ ਕਰਦੇ ਹਾਂ, 10 ਲੱਖ ਰੁਪਈਆ ਬਿਜ਼ਨਸ ਦੇ ਵਿੱਚ ਲਾਇਆ। ਜੇ ਉਹ 10 ਲੱਖ ਆਪਣੇ ਕੋਲ ਹੈ, ਲਾਇਆ ਹੈ, ਤੇ ਸਾਡਾ ਬਿਜ਼ਨਸ ਅੱਗੇ ਬਹੁਤ ਜ਼ਿਆਦਾ ਚੱਲਿਆ ਹੈ, ਆਪਾਂ ਨੂੰ ਉਹ 10 ਲੱਖ ਦਾ ਜਿਹੜਾ ਰਿਸਕ ਹੈ ਉਹ ਤੇ ਲੈਣਾ ਪਿਆ ਨਾ, ਆਪਣਾ ਡੁੱਬ ਵੀ ਸਕਦਾ ਸੀ। ਇਸੇ ਕਰਕੇ ਗੁਰੂ ਪਿਤਾ ਜੀ ਕਹਿੰਦੇ ਇਹ ਜਿਹੜਾ ਰਿਸਕ ਹੈ ਇਹਨੂੰ ਲੈਣਾ ਪੈਣਾ, ਇਹ ਜਿਹੜਾ ਤਿਆਗ ਦਾਤਾ ਬਣਨਾ ਪੈਣਾ, ਤਿਆਗਣਾ ਪੈਣਾ ਸਾਨੂੰ ਸਾਰਾ ਕੁਝ। ਜੇ ਕੋਈ ਬਿਜ਼ਨਸ ਕਰਦੇ ਆ ਉਹਦੇ ਵਿੱਚ ਰਿਸਕ ਹੈ। ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਬੜਾ ਰਿਸਕ ਹੈ, ਇਹ ਲੈਣਾ ਪੈਂਦਾ ਹੈ। ਇਸੇ ਕਰਕੇ ਸਾਨੂੰ ਵੀ ਤਿਆਗਣਾ ਪੈਣਾ। ਸਾਡਾ ਮਨ ਵਿਕਾਰੀ ਮਨ ਹੈ ਜਿਹੜਾ, ਇਹਨੂੰ ਤਿਆਗਣਾ ਪੈਣਾ। ਵਿਕਾਰੀ ਪੁਰਸ਼ ਹੈ ਅੰਦਰ ਸਾਡੇ, ਇਹਨੂੰ ਤਿਆਗਣਾ ਪੈਣਾ। ਤਿਆਗਿਆ ਕਿਵੇਂ ਜਾਏਗਾ? ਗੁਰੂ ਦੇ ਘਰ ਆਣ ਕੇ, ਗੁਰੂ ਦੀ ਬਾਣੀ ਸੁਣ ਕੇ। ਚਰਨ ਕਮਲ ਆਨੂਪ ਹਰ ਸੰਤ ਮੰਤ,
ਕਉ ਲਾਗੈ ਸਾਧੂ। ਸੰਤਾਂ ਦੇ ਮੰਤਰ ਦੁਆਰਾ ਕੋਈ ਵਿਰਲਾ ਹੀ ਸਾਧੂ ਜਗਿਆਸੂ ਬਣਦਾ ਅਤੇ ਅਨੂਪਮ ਚਰਨ ਕਮਲਾਂ ਨਾਲ ਲੱਗਦਾ, ਪਾਤਸ਼ਾਹ ਜੀ ਦੇ ਚਰਨਾਂ ਦੇ ਨਾਲ ਲੱਗਦਾ। ਨਾਨਕ ਸਾਧੂ ਸੰਗ ਜਾਗੈ ਗਿਆਨ ਰੰਗ ਵਡਭਾਗੇ ਕਿਰਪਾ। ਜਿਹੜੇ ਸਾਧੂ ਜਗਿਆਸੂ ਨੂੰ ਪਾਤਸ਼ਾਹ ਜੀ ਸੰਗ ਲਗਾ ਕੇ ਆਵਦੇ ਗਿਆਨ ਦਾ ਰੰਗ ਚਾੜ ਦਿੰਦੇ ਨੇ, ਗਿਆਨ ਦਾ ਰੰਗ ਲਗਾ ਦਿੰਦੇ ਨੇ। ਵਡਭਾਗੇ ਕਿਰਪਾ, ਵਡਭਾਗੇ ਪੁਰਸ਼, ਵਡਭਾਗੇ ਪਾਤਸ਼ਾਹ, ਉਹਨਾਂ ਵਡਭਾਗੇ ਪੁਰਸ਼ਾਂ ਤੇ ਕਿਰਪਾ ਕਰਦੇ ਨੇ। ਉਹੀ ਜਗਿਆਸੂ ਹੈ ਜਿਹੜੇ ਤਿਆਗ ਦਾਤਾ ਬਣਦੇ ਨੇ, ਉਹੀ ਗੁਰੂ ਦੇ ਨਾਮ ਦੇ ਨਾਲ ਜੁੜਨਾ ਕਰਦੇ ਨੇ, ਵਾਹਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਪਿਤਾ ਜੀ ਦੇ ਨਾਲ ਜੁੜਨਾ ਕਰਦੇ ਨੇ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਆਸਾ ਘਰ ਛੇਵਾਂ ਮਹੱਲਾ ਪੰਜਵਾ। ਜੋ ਤੁਧ ਭਾਵੈ ਸੋ ਪਰਵਾਨਾ, ਸੂਖ ਸਹਿਜ ਮਨ ਸੋਈ। ਜਿਹੜਾ ਕੁਝ ਵੀ ਪਰਮੇਸ਼ਵਰ ਨੂੰ ਭਾਉਂਦਾ ਉਹੀ ਕੁਝ ਪ੍ਰਾਮਾਣਿਕ ਹੁੰਦਾ, ਭਾਵ ਉਹੀ ਕੁਝ ਹੁੰਦਾ, ਉਹੀ ਕੁਝ ਅਟਲ ਹੈ ਜੋ ਸਤਿਗੁਰੂ ਪਰਮੇਸ਼ਵਰ ਨੂੰ ਭਾਉਂਦਾ ਹੈ। ਸਭ ਕਾਰਜ ਕਰਨ ਵਾਲੇ ਉਹ ਪਰਮੇਸ਼ਰ ਤੋਂ ਬਿਨਾਂ ਜਿਹੜਾ ਪੱਤਾ ਉਹ ਹਿਲਦਾ ਨਹੀਂ। ਇੱਕ ਚੀਜ਼ ਨੂੰ ਅਸੀਂ ਚੱਕ ਕੇ ਹੋਰ ਪਾਸੇ ਨਹੀਂ ਰੱਖ ਸਕਦੇ, ਉਹ ਪਰਮੇਸ਼ਵਰ ਦੀ ਕਿਰਪਾ ਤੋਂ ਬਿਨਾਂ। ਤੇਰੇ ਜਨ ਰਸਕ ਰਸਕ ਗੁਣ ਗਾਵਹਿ। ਹੇ ਪਰਮੇਸ਼ਵਰ, ਤੇਰੇ ਜਿਹੜੇ ਵਡਭਾਗੀ ਪੁਰਸ਼, ਤੇਰੇ ਵਡਭਾਗੀ ਦਾਸਰੇ ਦਾਸਰੀਆਂ ਨੇ, ਇਹ ਰਸਕ ਰਸਕ ਗੁਣ ਗਾਵਹਿ। ਤੇਰੇ ਨਾਮ ਦੇ ਵਿੱਚ ਰਸਕ ਹੋ ਕੇ, ਭਾਵ ਸਾ ਰਸ ਹੋ ਕੇ, ਨਿਪੁੰਨ ਹੋ ਕੇ, ਆਪ ਜੀ ਨੂੰ ਤਦਾਕਾਰ ਹੋ ਕੇ ਗੁਰਬਾਣੀ ਦਾ ਜਾਪ ਕਰਦੇ ਨੇ। ਰਸ ਲੈ ਲੈ ਕੇ ਬਾਣੀ ਦਾ ਜਾਪ ਕਰਦੇ ਨੇ ਤੇ ਉਹੀ ਪਾਰ ਪੈਂਦੇ ਨੇ ਇਸ ਸੰਸਾਰ ਤੋਂ। ਮਸਲਤ ਮਤਾ ਸਿਆਣਪ ਜਨ ਕੀ, ਜੋ ਤੂੰ ਕਰੈ ਕਰਾਵਹਿ। ਇੱਕ ਜਿਹੜੀ ਮਸਲਤ ਹੁੰਦੀ ਹੈ ਉਹ ਬਹੁਤਿਆਂ ਦੀ ਹੁੰਦੀ ਹੈ, ਤੇ ਜਿਹੜੀ ਮਤਾ ਹੁੰਦੀ ਹੈ ਉਹ ਚੌਂਕ ਜਾਣਿਆਂ ਦੀ ਹੁੰਦੀ ਹੈ। ਪਰ ਜਿਹੜੀ ਬੁੱਧੀ ਹੈ ਕਹਿੰਦੇ ਉਹ ਸਿਰਫ ਔਰ ਸਿਰਫ ਇੱਕ ਬੰਦੇ ਦੀ ਹੁੰਦੀ ਹੈ। ਤੇ ਇਹੋ ਜਿਹੀ ਬੁੱਧੀ ਨੂੰ ਧਾਰਨ ਕਰ, ਅਗਿਆਨਤਾ ਨੂੰ ਦੂਰ ਕਰ, ਇਹੋ ਜਿਹੀ ਬੁੱਧੀ ਨੂੰ ਧਾਰਨਾ ਕਰ। ਗੁਰੂ ਪਿਤਾ ਜੀ ਜਿਹੜਾ ਕੁਝ ਵੀ ਕਰਦੇ ਨੇ, ਕਰਵਾਉਂਦੇ ਨੇ ਬੰਦੇ ਤੋਂ, ਉਹੀ ਕਰਦਾ ਹੈ। ਜੋ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਉਹੀ ਕਰਨਾ ਸ਼ੁਰੂ ਕਰ ਦਿੰਦਾ ਹੈ। ਜੇ ਚੰਗੀ ਬੁੱਧੀ ਧਾਰਨ ਕਰ ਲਈ ਤੇ ਸਾਡਾ ਪਿਤਾ, ਸਾਡਾ ਗੁਰੂ ਪਿਤਾ ਪਰਮੇਸ਼ਵਰ ਕਦੇ ਵੀ ਸਾਨੂੰ ਮਾੜੇ ਰਾਹ ਤੇ ਨਹੀਂ, ਸਾਨੂੰ ਚੰਗੇ ਰਾਹ ਤੇ ਲੈ ਕੇ ਜਾਂਦੇ ਨੇ। ਸੰਸਾਰੀ ਪਿਤਾ ਸਾਨੂੰ ਚੰਗੇ ਰਾਹ ਪਾਉਂਦੇ ਨੇ, ਮਾੜੇ ਰਾਹ ਨਹੀਂ। ਸਾਨੂੰ ਲੱਗਦਾ ਰਵੇ ਵੀ ਇਹ ਰਾਹ ਗਲਤ ਹੈ, ਕਿਉਂਕਿ ਅਸੀਂ, ਸਾਡਾ ਦਿਮਾਗ ਉਨਾ ਕੁ ਹੁੰਦਾ, ਅਸੀਂ ਆਪਣੇ ਪਿਤਾ ਜਿੰਨੀ ਦੁਨੀਆ ਦੇਖੀ ਨਹੀਂ ਹੁੰਦੀ। ਸਾਨੂੰ ਲੱਗਦਾ ਸਾਡਾ ਪਿਤਾ ਗਲਤ ਰਾਹ ਪਾਈ ਜਾਂਦਾ। ਕਠਿਨਾਈ ਹੋਏਗੀ ਉਹ ਰਾਸਤੇ, ਪਰ ਪਿਤਾ ਦੇ ਦੱਸੇ ਰਾਹ ਤੇ ਚੱਲਣ ਦੇ ਨਾਲ ਬੰਦੇ ਨੇ ਪਹਿਲਾਂ ਕੰਡੇ ਸਹਿਣ ਕੀਤੇ ਨੇ ਤੇ ਬਾਅਦ ਦੇ ਵਿੱਚ ਫੁੱਲ ਉਹਦੇ ਚਰਨਾਂ ਨੂੰ ਆਣ ਕੇ ਛੂੰਹਦੇ ਨੇ। ਉਹਦੇ ਚਰਨਾਂ ਨੂੰ ਆਣ ਕੇ ਬੁਲੰਦੀਆਂ ਛੂੰਹਦੀਆਂ ਨੇ, ਮੰਜ਼ਿਲਾਂ ਛੂੰਹਦੀਆਂ ਨੇ। ਤੇ ਜਿਹਨੇ ਆਪਣੇ ਪਿਤਾ, ਸੰਸਾਰੀ ਪਿਤਾ ਅਤੇ ਗੁਰੂ ਪਿਤਾ ਪਰਮੇਸ਼ਵਰ ਦੀ ਗੱਲ ਨਹੀਂ ਮੰਨੀ, ਉਹ ਸਦਾ ਹੀ ਟੱਕਰਾ ਖਾਂਦਾ ਰਹਿੰਦਾ, ਸਦਾ ਹੀ ਵਿਕਾਰੀ ਪੁਰਸ਼ ਬਣਿਆ ਰਹਿੰਦਾ, ਮਨਮੁਖੀਆ ਬਣਿਆ ਰਹਿੰਦਾ। ਮਸਲਤ ਮਤਾ ਸਿਆਣਪ ਜਨ ਕੀ, ਜੋ ਤੂੰ ਕਰਹਿ ਕਰਾਵਹਿ ਰਹਾਉ। ਜਿਹੜੀ ਮਸਲਤ ਹੁੰਦੀ ਹੈ ਬਹੁਤਿਆਂ ਦੀ, ਮੱਤਾ ਹੁੰਦੀ ਹੈ ਜਿਹੜੀ ਉਹ ਚੌਂਕ ਜਣਿਆਂ ਦੀ, ਤੇ ਜਿਹੜੀ ਸਿਆਣਪ ਬੁੱਧੀ ਉਹ ਇੱਕ ਇਨਸਾਨ ਦੀ ਹੁੰਦੀ ਹੈ। ਇਹੋ ਜਿਹੀ ਬੁੱਧੀ ਨੂੰ ਧਾਰਨ ਕਰਨ ਦੇ ਨਾਲ ਪਰਮੇਸ਼ਵਰ ਪਤੀ ਦੇ ਨਾਲ ਸਾਡਾ ਜਿਹੜਾ ਮੇਲ ਹੈ ਉਹ ਹੋ ਜਾਏਗਾ। ਪਰਮੇਸ਼ਵਰ ਪਾਤਸ਼ਾਹ ਜੀ ਦੇ ਨਾਲ ਸਾਡਾ ਮੇਲ ਹੋ ਜਾਏਗਾ। ਅੱਗੇ ਗੁਰੂ ਪਿਤਾ ਜੀ ਲਿਖਦੇ ਨੇ, ਅੰਮ੍ਰਿਤ ਨਾਮ ਤੁਮਾਰਾ ਪ੍ਰੀਤਮ, ਅੰਮ੍ਰਿਤ ਨਾਮ ਤੁਮਾਰਾ ਪਿਆਰੇ, ਸਾਧ ਸੰਗ ਰਸ ਪਾਇਆ। ਹੈ ਹਰੀ ਪਰਮੇਸ਼ਵਰ, ਆਪ ਜੀ ਦਾ ਨਾਮ ਹੈ ਜਿਹੜਾ ਇਹ ਅੰਮ੍ਰਿਤ ਹੈ, ਅੰਮ੍ਰਿਤ ਰੂਪ ਹੈ। ਤੇ ਇਹੋ ਜਿਹਾ ਰਸ ਅਸੀਂ ਸਾਧ ਸੰਗਤ ਵਿੱਚ ਮਿਲ ਕੇ ਪਾਇਆ।
ਆਪ ਜਿਹੇ ਸਤਸੰਗੀ ਜਨਾਂ ਦੇ ਵਿੱਚ ਮਿਲ ਕੇ ਪਾਇਆ। ਸਤਸੰਗ ਦੇ ਵਿੱਚ ਆਉਣ ਦਾ ਇੰਨਾ ਵੱਡਾ ਮਹੱਤਵ ਹੈ। ਸਤਸੰਗ ਦੀ ਹਾਜ਼ਰੀ ਭਰਨ ਦਾ, ਸਤਸੰਗ ਦੀ ਸੇਵਾ ਕਰਨ ਦਾ ਇੰਨਾ ਵੱਡਾ ਮਹੱਤਵ ਹੈ। ਗੁਰੂ ਪਿਤਾ ਜੀ ਨੇ ਲਿਖਿਆ, ਤ੍ਰਿਪਤ ਅਗਾਏ ਸਹੀ ਜਨ ਪੂਰੇ, ਸੁਖ ਨਿਧਾਨ ਹਰ ਗਾਇਆ। ਉਹ ਪੂਰਨ ਜਿਹੜੇ ਵਿਅਕਤੀ ਨੇ, ਪੁਰਸ਼ ਨੇ, ਉਹ ਤ੍ਰਿਪਤ ਹੋ ਕੇ ਅਗਾਏ, ਰੱਜ ਰੱਜ ਕੇ ਰੱਜ ਜਾਂਦੇ ਨੇ। ਮਨ ਦੀ ਤ੍ਰਿਪਤੀ ਹੋ ਕੇ ਅਘਾ ਜਾਣਾ, ਰੱਜ ਜਾਣਾ, ਰੱਜ ਜਾਂਦੇ ਨੇ। ਕਾਹਦੇ ਨਾਲ? ਸੁੱਖਾਂ ਦੇ ਖਜ਼ਾਨੇ ਦੇ ਨਾਲ, ਜਿਹੜਾ ਖਜ਼ਾਨਾ ਹਰੀ ਬਖਸ਼ਿਸ਼ ਕਰਦਾ ਸਾਨੂੰ। ਤੇ ਜਿਹੜੇ ਵਿਕਾਰੀ ਪੁਰਸ਼ ਨੇ, ਉਹ ਮੋਹ ਮਾਇਆ ਨੂੰ ਆਪਣਾ ਗੁਰੂ ਧਾਰਨ ਕਰ ਲੈਂਦੇ ਨੇ, ਗੁਰੂ ਬਣਾ ਕੇ ਮੋਹ ਮਾਇਆ ਦੇ ਵਿੱਚ ਫਸੇ ਰਹਿੰਦੇ ਨੇ। ਗੁਰੂ ਪਿਤਾ ਜੀ ਨੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਪੰਡਤ ਮਿਲਿਆ ਇੱਕ ਵਾਰ। ਉਹ ਪੰਡਤ ਅਜਿਹਾ ਸੀ ਕਿ ਉਹ ਇੰਨਾ ਜ਼ਿਆਦਾ ਪੜ੍ਹਿਆ ਲਿਖਿਆ, ਜਿਹੜੇ ਵੀ ਕਿਸੇ ਬੰਦੇ ਦੇ ਕੋਲ ਜਾਏ ਉਹਦੇ ਨਾਲ ਵਿਚਾਰਾਂ ਕਰਨ ਲੱਗੇ, ਤੇ ਜਦੋਂ ਬੰਦਾ ਵਿਚਾਰਾਂ ਕਰਦਾ ਕਰਦਾ ਉਹ ਪੰਡਤ ਤੋਂ ਹਾਰ ਜਾਇਆ ਕਰੇ, ਤੇ ਜਿਹੜਾ ਉਹਦੇ ਕੋਲ ਗ੍ਰੰਥ ਹੋਇਆ ਕਰੇ ਉਹ ਪੰਡਤ ਖੋਹ ਕੇ ਆਪਦੇ ਗੱਡੇ ਦੇ ਵਿੱਚ ਰੱਖ ਲਿਆ ਕਰੇ, ਆਪਦੇ ਊਠਾਂ ਦੇ ਕੋਲ ਰੱਖ ਲਿਆ ਕਰੇ। ਸ਼ਰਤ ਲਗਾ ਲਿਆ ਕਰੇ ਵੀ ਜੇ ਤੂੰ ਮੇਰੇ ਤੋਂ ਹਾਰ ਗਿਆ ਤੇ ਮੈਂ ਤੇਥੋਂ ਆਹ ਚੀਜ਼ ਖੋਹ ਲੈਣੀ ਹੈ, ਆਹ ਚੀਜ਼ ਲੈ ਲੈਣੀ ਹੈ। ਹੁਣ ਪੜ੍ਹਿਆ ਬਹੁਤ ਸੀ, ਗਿਆਨ ਨਹੀਂ ਸੀ, ਪੜ੍ਹਿਆ ਬਹੁਤ ਸੀ। ਗਿਆਨ ਭਾਵ ਸੁਰਤ ਵਾਲਾ ਗਿਆਨ ਸੀ, ਜਿਹੜਾ ਗੁਰੂ ਨਾਲ ਮਿਲਣ ਵਾਲਾ ਗਿਆਨ ਸੀ, ਉਹ ਹੈ ਨਹੀਂ ਸੀ। ਸੰਸਾਰੀ ਗਿਆਨ ਬੜਾ ਸੀ ਉਹਨੂੰ। ਜਦੋਂ ਬਹੁਤ ਜ਼ਿਆਦਾ ਉਹਦੇ ਕੋਲ ਗ੍ਰੰਥ ਇਕੱਠੇ ਹੋ ਗਏ ਤੇ ਇੱਕ ਵਾਰ ਆਣ ਕੇ ਗੁਰਾਂ ਦੀ ਸੰਗਤ ਕੀਤੀ, ਗੁਰਾਂ ਦੇ ਨਾਲ 2-3 ਦਿਨ ਰਿਹਾ। ਅੱਖਾਂ ਦੇ ਵਿੱਚ ਦੇਖ ਕੇ ਇਹੋ ਜਿਹਾ ਜੀਵਨ ਬਦਲਿਆ ਕਿ ਗੁਰੂ ਪਿਤਾ ਨੂੰ ਕਹਿਣ ਲੱਗ ਗਿਆ, ਮੈਂ ਵੀ ਪਰਮੇਸ਼ਰ ਨੂੰ ਮਿਲਣਾ, ਮੈਂ ਵੀ ਪਰਮਾਤਮਾ ਨੂੰ ਮਿਲਣਾ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਕੀਰਤਨ ਕਰਦਿਆਂ ਦੇਖ, ਦੁੱਖਾਂ ਦੇ ਵਿੱਚ ਵੀ ਸੁਖੀ ਹੁੰਦਿਆਂ ਦੇਖ, ਕਹਿੰਦਾ ਵੀ ਮੈਂ ਵੀ ਪਰਮੇਸ਼ਰ ਨੂੰ ਪਾਉਣਾ ਚਾਹੁੰਦਾ, ਮੈਂ ਵੀ ਆਪ ਜਿੰਨਾ ਖੁਸ਼ੀ ਹੋਣਾ ਚਾਹੁੰਦਾ, ਖੁਸ਼ ਰਹਿਣਾ ਚਾਹੁੰਦਾ। ਪਰ ਉਹ ਬੰਦਾ ਸੀ ਜਿਹੜਾ ਮਾਇਆ ਦਾ ਬੜਾ ਲੋਭੀ ਸੀ। ਉਹਨੇ ਗਿਆਨ ਪ੍ਰਾਪਤੀ ਤਾਂ ਕੀਤਾ ਵੀ ਮੈਂ ਲੋਕਾਂ ਦੇ ਨਾਲ ਸ਼ਰਤ ਲਾ ਲਾ ਕੇ ਇਹ ਚੀਜ਼ਾਂ ਲੁੱਟਦਾ ਫਿਰਾਂ। ਮਾਇਆ ਦਾ ਲੋਭੀ ਸੀ। ਹੁਣ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦਾ ਵੀ ਮੈਨੂੰ ਵੀ ਪਰਮੇਸ਼ਰ ਪਰਮਾਤਮਾ ਦੇ ਨਾਲ ਮਿਲਾ ਦਿਓ, ਮੈਂ ਵੀ ਆਪ ਜਿੰਨਾ ਸੁਖੀ ਹੋਣਾ ਚਾਹੁੰਦਾ, ਦੁੱਖ ਦੇ ਵਿੱਚ ਵੀ ਸੁਖੀ ਹੋਣਾ ਚਾਹੁੰਦਾ। ਲੋਕ ਮੈਨੂੰ ਬੜਾ ਚੰਗਾ ਚੰਗਾ ਕਹਿਣਗੇ, ਧਨ ਦੌਲਤ ਤੇ ਹੈ, ਕਿਤਾਬਾਂ ਦਾ ਗਿਆਨ ਵੀ ਹੈ। ਫਿਰ ਗੁਰੂ ਪਿਤਾ ਜੀ ਨੇ ਇਸੇ ਕਰਕੇ ਉਹ ਜਿਹੜਾ ਸ਼ਬਦ ਆਉਂਦਾ, ਪੜ੍ਹ ਪੜ੍ਹ ਗੱਡਾ ਲੱਦੀ ਹੈ, ਉਹ ਪੰਡਤ ਦੇ ਨਾਲ ਵੀ ਇਹ ਚੀਜ਼ ਵਾਚੀ ਹੈ, ਹੋਈ ਹੈ। ਇਸੇ ਕਰਕੇ ਪਾਤਸ਼ਾਹ ਜੀ ਨੇ ਉਹ ਪੰਕਤੀਆਂ ਦਾ ਸੀ ਜਿਹੜਾ ਉਚਾਰਨ ਕੀਤਾ ਸੀ, ਪੜ੍ਹ ਪੜ੍ਹ ਗੱਡਾ ਲੱਦੀ ਹੈ। ਪੜ੍ਹ ਪੜ੍ਹ ਕੇ ਸੰਸਾਰੀ ਗਿਆਨ ਲੈ ਕੇ ਉਹਨੇ ਬੜੇ ਗੱਡੇ ਭਰ ਲਏ, ਊਠਾਂ ਤੇ ਦੱਬ ਲਏ, ਊਠਾਂ ਤੇ ਰੱਖ ਲਏ ਗ੍ਰੰਥ। ਪਰ ਜੀਵਨ ਦੀ ਜਾਂਚ ਨਹੀਂ ਆਈ, ਪਰਮੇਸ਼ਰ ਨਾਲ ਮਿਲਣ ਦੀ ਜਾਂਚ ਨਹੀਂ ਆਈ। ਹੁਣ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਖੁਦ ਪਰਮੇਸ਼ਰ, ਖੁਦ ਰੱਬੀ ਰੂਪ ਨੂੰ ਕਹਿੰਦਾ ਮੈਂ ਪਰਮਾਤਮਾ ਨਾਲ ਮਿਲਣਾ ਹੈ। ਤੇ ਗੁਰੂ ਪਿਤਾ ਜੀ ਵੀ ਕਲਾ ਵਰਤਾਉਣ ਦੇ ਲਈ ਅੱਗੇ ਆ ਗਏ। ਗੁਰੂ ਪਿਤਾ ਜੀ ਨੇ ਕਿਹਾ ਆ ਫਲਾਨੀ ਜਗ੍ਹਾ ਚਲਾ ਜਾਈਂ। ਸੰਤ ਕਿਰਪਾਲ ਸਿੰਘ ਜੀ ਨੇ ਲਿਖਿਆ ਆ ਫਲਾਨੀ ਜਗ੍ਹਾ ਚਲਾ ਜਾਈਂ, ਇੱਥੇ ਤੈਨੂੰ ਸਾਧੂ ਸੰਤ ਮਿਲਣਗੇ, ਉਹ ਤੈਨੂੰ ਗੁਰੂ ਦੇ ਨਾਲ, ਪਰਮੇਸ਼ਵਰ ਦੇ ਨਾਲ ਮਿਲਾ ਦੇਣਗੇ, ਪਤੀ ਦੇ ਨਾਲ ਮਿਲਾ ਦੇਣਗੇ। ਕੁਝ ਸਮੇਂ ਬਾਅਦ ਉਹ ਉਸ ਜਗ੍ਹਾ ਤੇ ਪਹੁੰਚ ਜਾਂਦਾ ਜੋ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਨੇ ਦੱਸੀ ਸੀ। ਜਦੋਂ ਪਹੁੰਚ ਗਿਆ, ਉੱਥੇ 3 ਸਾਧੂ ਮਹਾਤਮਾ ਬੈਠੇ। ਸਾਧੂ ਮਹਾਤਮਾ ਬਣੇ ਹੋਏ ਸਨ, ਇੱਕ ਸ਼ਿਵਾ, ਇੱਕ ਬ੍ਰਹਮਾ, ਇੱਕ ਸ਼੍ਰੀ ਹਰੀ ਵਿਸ਼ਨੂੰ। ਉਹ ਤਿੰਨੋਂ ਬ੍ਰਹਮਾ, ਸ਼੍ਰੀ ਹਰੀ ਵਿਸ਼ਨੂੰ ਤੇ ਤਿੰਨੋਂ ਬਣੇ ਹੋਏ ਸਨ ਜੋ ਉਹ ਮਹਾਤਮਾ ਦਾ ਰੂਪ ਲੈ ਕੇ ਧਰਤੀ ਤੇ ਆਏ।
3 महात्मा बन के बैठ गए। हुण जिहड़ा वो साधु सी उन्हें जाके 3 महात्मावां दे अगे मत्था टेकिया, कोल बैठ गया। कहता मैनू परमात्मा परमेश्वर हरि दे नाल मिला दिओ, मैं भी सुख पाने चाहना। जिन्नी कमाया मैं इदों भी ज़्यादा माया कमाउणी चाहना है। मैनू परमेश्वर परमात्मा दे नाल मिला दिओ, नानक वांगू सुख पाना चाहना है। उन्होंने मुस्कुरा के देखिया, वेख्या भी माया दे विच बड़ा ही गलतान होया पिया ते कहा भी अगे एक निक्का जिहा महल आएगा, उत्थे तेरा गुरु बैठा होएगा ते उहनूं कह दे ओ तैनू जिथे तेरी लिव लगी हुई है, जिथे तेरा परमेश्वर है, जिन्हों तू गुरु धारण किया होया, उहदे नाल मिला देगा। तुरिया जांदा अगे महल देखदा, अंदर चला जांदा, उत्थे एक बड़ी सुंदर औरत बड़े हार श्रृंगार करके बैठी सी। हार श्रृंगार करके बड़ी सुंदर औरत बैठी ते ओदा नाम सी माया। उत्थे जाके उन्हें मत्था टेकिया, उन्हें कहा भी यही मेरी गुरु होएगी, इत्थे होर ते कोई दिखदा नहीं। जदों कहंदे मत्था टेकिया उन्हें ते माया सी जिहड़ी ओहनूं कुੱਟਣ लग गई, डंडियां दे नाल छितरां दे नाल कुੱਟਣ लग गई, बड़ी बुरी हालत कर दित्ती। मसा अपनी जान बचा के उत्थों भजदा है ते उन्हां 3 महात्मावां कोल आण के फिर बेनती करदा है, महात्मा जी तुसीं ते फसा ही दिता सी, वो मेरा गुरु नहीं, वो करूर औरत, उन्हें मैनू बड़ा कुੱਟਿਆ, मैनू बड़ा मारिया। फिर श्री हरि विष्णु बोलते ने महात्मा दे रूप विच, वो कहंदे जिथे तेरी लिव लगी सी उसे माया ने तैनू कुੱਟਿਆ मारिया, क्योंकि तू परमेश्वर नू पाउण दे वल नू चला सी, तेरे रास्ते दे विच माया आ गई। ये माया तैनू कुੱਟਣ मारन लग गई। भलिया लोका मूर्खा, परमेश्वर नू पाउणा सी ते नानक कोल बैठ के पाउंदा, ओहदे तो वड्डा रब्बी परमेश्वर रूप होर कोई नहीं आ। नानक दे दर नू छड्ड के तू इधर आ गया, जिधर तैनू किसी ने दसिया उधर नू तुर पैना है। गुरु नानक दे दर नू छड्ड के तैनू होर किते ढोई नहीं मिलनी। आखो सतनाम। जदों परमेश्वर नू पाउण दे वल नू तुरदे आ ते सानू सदैव माया रास्ते दे विच रोकदी है, माया रास्ते दे विच कुੱਟਦੀ है, मारदी है, भैड़ा सलूक करती है। इसे करके गुरु पिता जी ने कहा इन्हां 5 विकारां दे विचों ये जिहड़ा लोभ वाला विकार है इनू कढ दे। कढने तो 5 ही चाहिए ने, पर सब तो पहला जिहड़ी माया है इनू दूर करो, इन हंकार नू दूर करो। माया दा लोभ है जिहड़ा इनू दूर करो। ते जिहड़ी माया दा लोभ है ये सानू जदों गुरु पिता जी मत देन उदों ही दूर हो सकता है। जिहड़ा पुरुष बंदा परमेश्वर पातशाह जी नू हरि नू भावे ਉਹੀ ਬੰਦਾ गुरु के चरणों ਦੇ ਵਿੱਚ परमात्मा के चरणों ਦੇ ਵਿੱਚ लग सकता है। जाको टेक तुम्हारी स्वामी ताको नाही चिंता, जिन्हों ने गुरु नानक दे दर की टेक ले ली, ओट ले ली, उन्होंने फिर कासे की चिंता नहीं रहिंदी, बेसूरा नहीं रहिंदा, झोरे नहीं रहिंदे, चिंतावां चुंतावां पता ही नहीं किधर नूं चलियां जांदियां गुरु नानक दे नाम नाल जुड़न दे लई। जाको दया तुम्हारी होई सेसा भले भगवंता, जे आप जी की दया हो जावे पातशाह, गुरु पिता है मेरे भगवंता, जे आप जी की दया हो जाए तो पता ही नहीं लगता साडियां चिंतावां विसूरे कित्थे चले जांदे ने, पता ही नहीं लगता साडा जिहड़ा समय है एक कहाँ कित्थों कित्थे चला जाता है, पता ही नहीं लगता। काल है जिहड़ा सानू पोह नहीं सकता, जमदूत ने जिहड़े सानू पोह नहीं सकते, सगों वो विचारे हथ बन के साडे तो डर के दूर चले जाते हैं। ते जिहड़ा नाम तो बिना विकारी पुरुष है
ਉਹਨੂੰ ਧੱਕੇ ਦੇ ਨਾਲ ਗੁਲਾਮੇ ਤੋਂ ਫੜ ਕੇ ਘੜੀਸ ਕੇ ਲੈ ਕੇ ਜਾਂਦੇ ਨੇ। ਜਿਹੜਾ ਵਿਕਾਰੀ ਪੁਰਸ਼ ਹੈ ਉਹਦੀ ਸੁਰਤੀ ਸ੍ਰਿਸ਼ਟੀ ਧਰਤੀ ਦੇ ਨਾਲ ਲੱਗੀ ਹੋਈ ਹੈ ਤੇ ਉਹਨੂੰ ਗਲਮੇ ਤੋਂ ਫੜ ਕੇ ਘੜੀਸ ਕੇ ਲੈ ਕੇ ਜਾਂਦੇ ਨੇ। ਤੇ ਜਿਹੜਾ ਬੰਦਾ ਨਾਮ ਨੂੰ ਜਪਣਾ ਕਰਦਾ ਹੈ ਉਹਦੇ ਅੱਗੇ ਆਣ ਕੇ ਬੇਨਤੀ ਕਰਦੇ ਨੇ ਨਿਵਾਣੇ ਹੋ ਕੇ, ਐਡਾ ਪਰਮੇਸ਼ਰ, ਐਡਾ ਮੇਰਾ ਨਾਨਕ ਪਾਤਸ਼ਾਹ ਜੀ ਦਾ ਦਰ ਉੱਚਾ ਹੈ। ਪਰਮ ਮੋਹ ਧਰੋ ਸਭ ਨਿਕਸੇ ਜਬ ਕਾ ਦਰਸ਼ਨ ਪਾਇਆ। ਪਾਤਸ਼ਾਹ ਜੀ ਕਹਿੰਦੇ, ਹੇ ਭਗਵਾਨ ਪਿਤਾ ਜੀਓ, ਆਪ ਜੀ ਦੇ ਨਾਲ ਜੁੜਨ ਦੇ ਨਾਲ ਮੇਰੇ ਅੰਦਰ ਜਿਹੜਾ ਵਿਕਾਰੀ ਮੋਹ ਸੀ, ਦੁਨੀਆ ਦਾ, ਸ੍ਰਿਸ਼ਟੀ ਦਾ, ਇਸਤਰੀਆਂ ਦਾ ਮੋਹ ਸੀ, ਇਹ ਦੂਰ ਚਲਾ ਜਾਂਦਾ ਹੈ। ਜਦੋਂ ਦਾ ਮੈਂ ਆਪ ਜੀ ਦਾ ਦਰਸ਼ਨ ਪਾਇਆ ਉਦੋਂ ਦੇ ਮੇਰੇ ਮਾੜੇ ਵਿਕਾਰ ਮੋਹ ਹੈ ਜਿਹੜੇ ਦੂਰ ਚਲੇ ਗਏ। ਭੈੜੇ ਵਿਕਾਰ ਮੋਹ ਸੀ ਜਿਹੜੇ ਦੂਰ ਚਲੇ ਗਏ। ਸਾਖੀਕਾਰ ਨੇ ਸਾਖੀ ਦੇ ਵਿੱਚ ਸੂਰਜ ਪ੍ਰਤਾਪ ਦੇ ਅਧਿਆਇ ਨੰਬਰ 14 ਦੇ ਵਿੱਚ ਲਿਖਿਆ ਹੈ, ਇੱਕ ਵਾਰ ਇੱਕ ਪੰਡਤ ਇੱਕ ਰਾਜੇ ਦੇ ਰਾਜ ਦੇ ਵਿੱਚ ਰਹਿੰਦਾ ਸੀ, ਬੜੇ ਸਾਲਾਂ ਤੋਂ ਰਹਿੰਦਾ ਸੀ। ਉਹ ਜਿਹੜਾ ਪੰਡਤ ਸੀ ਗੁਣਵਾਨ ਬੜਾ ਸੀ, ਗੁਣ ਬੜਾ ਤਕੜਾ ਸੀ ਉਹਦੇ ਕੋਲ, ਪੜ੍ਹਿਆ ਬਹੁਤ ਸੀ ਤੇ ਉਹ ਕਥਾ ਵਿਚਾਰ ਕਰਿਆ ਕਰੇ, ਕਥਾਵਾਚਕ ਸੀ, ਕਥਾ ਵਿਚਾਰ ਕਰਿਆ ਕਰੇ ਤੇ ਸਾਰਾ ਦਰਬਾਰ ਸੀ ਜਿਹੜਾ ਉਹ ਬੜਾ ਆਨੰਦਿਤ ਹੋਇਆ ਕਰੇ, ਪ੍ਰਸੰਨ ਹੋਇਆ ਕਰੇ ਕਥਾ ਸੁਣ ਕੇ। ਰਾਜੇ ਦੇ ਕਰਕੇ, ਰਾਜੇ ਨੂੰ ਕਥਾ ਚੰਗੀ ਲੱਗਣ ਕਰਕੇ ਉਹਨੂੰ ਜਿਹੜੇ ਚੰਗੇ ਚੰਗੇ ਭੋਗ, ਚੰਗਾ ਜੀਵਨ, ਚੰਗੇ ਵਸਤਰ, ਨਿਤ ਨਵਾਂ ਵਸਤਰ ਮਿਲਿਆ ਕਰੇ, ਨਿਤ ਚੰਗੇ ਚੰਗੇ ਭੋਗ, ਜੋ ਕਿਆ ਕਰੇ ਮੂੰਹ ਦੇ ਵਿੱਚੋਂ ਉਹੀ ਉਹਦੇ ਸਾਹਮਣੇ ਹਾਜ਼ਰ ਹੋ ਜਾਇਆ ਕਰੇ। ਬੜੇ ਸਾਲ ਬੀਤ ਗਏ, ਬੜਾ ਸਮਾਂ ਬੀਤ ਗਿਆ, ਇਸੇ ਤਰ੍ਹਾਂ ਸੇਵਾ ਨਿਭਾਉਂਦਾ ਰਿਹਾ। ਤੇ ਇੱਕ ਦਿਨ ਕੀ ਹੋਇਆ ਕਿ ਮਨ ਦੇ ਵਿੱਚ ਵਿਕਾਰ ਪੈਦਾ ਹੋ ਗਿਆ। ਜਿਹੜੀ ਰਾਜੇ ਦੀ ਜਵਾਨ ਲੜਕੀ ਸੀ ਉਹਨੂੰ ਦੇਖ ਕੇ ਵਿਕਾਰੀ ਬਣ ਗਿਆ। ਮਨ ਦੇ ਵਿੱਚ ਆਇਆ, ਮੈਂ ਇਹਦੇ ਨਾਲ ਵਿਵਾਹ ਕਰਨਾ ਚਾਹੁੰਦਾ, ਮੈਂ ਇਹਦੇ ਨਾਲ ਵਿਵਾਹ ਕਰਨਾ ਹੈ। ਤੇ ਰਾਜੇ ਨੂੰ ਇਸ ਤਰ੍ਹਾਂ ਸਿੱਧਾ ਵੀ ਨਹੀਂ ਕਹਿ ਸਕਦਾ। ਮਨ ਦੀ ਜਿਹੜੀ ਘਾੜ ਤੋਂ ਨੇ ਘੜੀ, ਦੇਖੋ ਇੰਨੇ ਸਾਲਾਂ ਦੀ ਜਿਹੜੀ ਕੀਤੀ ਹੋਈ ਸੇਵਾ, ਉਹਦੀ ਨਿਫਲ ਇੱਕ ਵਾਰੀ 'ਚ ਹੀ ਚਲੀ ਗਈ। ਮਨ ਦੇ ਵਿੱਚ ਘਾੜਤ ਘੜੀ। ਕਹਿੰਦਾ, ਹੈ ਰਾਜਨ, ਮੈਨੂੰ ਕਹਿਣਾ ਤੇ ਨਹੀਂ ਚਾਹੀਦਾ ਤੁਹਾਨੂੰ, ਪਰ ਮੈਨੂੰ ਦਿਖਦਾ ਹੈ ਵੀ ਤੁਹਾਡੇ ਰਾਜ ਦੇ ਵਿੱਚ ਬਹੁਤ ਤਕੜਾ ਸੰਕਟ ਆਉਣ ਵਾਲਾ, ਬੜਾ ਵੱਡਾ ਸੰਕਟ ਆਉਣ ਵਾਲਾ ਰਾਜ ਦੇ ਵਿੱਚ। ਹੁਣ ਰਾਜਨ ਕੀ ਕਹਿੰਦਾ, ਚਿੰਤਤ ਹੋ ਗਿਆ, ਰਾਜਾ ਚਿੰਤਤ ਹੋ ਗਿਆ। ਉਹ ਕਹਿੰਦਾ, ਲੱਭੋ ਕੋਈ ਇਹਦਾ ਉਪਾਅ, ਫਿਰ ਕੀ ਕਰੀਏ। 2-3 ਦਿਨਾਂ ਬਾਅਦ ਜਿਹੜਾ ਪੰਡਤ ਹੈ ਉਹ ਆਣ ਕੇ ਦੱਸਦਾ, ਉਹ ਕਹਿੰਦਾ ਹੈ ਵੀ ਇੱਕ ਹੀ ਇਹਦਾ ਉਪਾਅ ਹੈ, ਵੀ ਤੁਹਾਡੀ ਜਿਹੜੀ ਲੜਕੀ ਹੈ ਇਹਨੂੰ ਇੱਕ ਸੰਦੂਕ ਦੇ ਵਿੱਚ ਬੰਨ੍ਹ ਕੇ, ਸੰਦੂਕ ਦੇ ਵਿੱਚ ਰੱਖ ਕੇ ਤੇ ਨਦੀ ਦੇ ਪਾਣੀ ਵਿੱਚ ਰੋੜ ਦਿਓ, ਵਗਾ ਦਿਓ। ਹੁਣ ਰਾਜਾ ਦੋਨੋਂ ਪਾਸੇ ਹੋ ਗਿਆ। ਇੱਕ ਪਾਸੇ ਮੇਰੀ ਬੇਟੀ ਹੈ, ਇੱਕ ਪਾਸੇ ਸਾਰੀ ਪ੍ਰਜਾ, ਮੰਤਰੀਆਂ ਦੇ ਨਾਲ ਵਿਚਾਰ ਕਰਦਾ। ਹੁਣ ਜਿਹੜੇ ਪੰਡਤ ਨੇ ਇਹੋ ਜਿਹਾ ਵਹਿਮ ਪਾਇਆ ਹੋਵੇ ਨਾ ਮਨ ਦੇ ਵਿੱਚ, ਫਿਰ ਸਾਰੇ ਲੋਕ ਹੈ ਜਿਹੜੇ ਇੱਕ ਪਾਸੇ, ਝੂਠ ਹੁੰਦਾ ਜਿਹੜਾ, ਝੂਠ ਦੇ ਵਾਲੇ ਪਾਸੇ ਬਾਹਲੇ ਲੋਕ ਜਾਂਦੇ ਨੇ। ਸਾਰੇ ਲੋਕ ਇੱਕ ਪਾਸੇ ਹੋ ਗਏ, ਰਾਜੇ ਨੂੰ ਮੰਨਣਾ ਪਿਆ। ਇਸੇ ਤਰ੍ਹਾਂ ਕੀਤਾ। ਰਾਜੇ ਨੇ ਆਪਣੀ ਲੜਕੀ ਨੂੰ ਸੰਦੂਕ ਦੇ ਵਿੱਚ ਰੱਖ ਕੇ ਉਹਦੇ ਲਈ ਖਾਣ ਪੀਣ ਦੀਆਂ 1-2 ਦਿਨ ਦੀਆਂ ਵਸਤਾਂ ਰੱਖ ਕੇ ਤੇ ਪਾਣੀ ਵਿੱਚ ਵਗਾ ਦਿੱਤਾ। ਹੁਣ ਜਿਹੜਾ ਪੰਡਤ ਸੀ ਬੜਾ ਖੁਸ਼ ਹੋਇਆ। ਰਾਜੇ ਨੂੰ ਕਹਿ ਕੇ ਗਿਆ ਵੀ ਮੈਨੂੰ ਹੁਣ ਜ਼ਰੂਰੀ ਕੰਮ ਹੈ, ਮੈਂ ਫਿਰ ਆਉਣਾ ਤੁਹਾਡੇ ਕੋਲ।
ਉਹ ਸੰਦੂਕ ਨੂੰ ਫੋਲੋ ਕਰਦਾ ਕਰਦਾ, ਸੰਦੂਕ ਦੇ ਪਿੱਛੇ ਜਾਂਦਾ ਜਾਂਦਾ, ਨਦੀ ਦੇ ਨਾਲ ਦੋ ਸਿਪਾਹੀ ਨੇ, ਦੋ ਬੰਦੇ ਨੇ। ਉਹਨਾਂ ਨੂੰ ਕਹਿੰਦਾ ਹੈ ਸੰਦੂਕ ਨੂੰ ਬਾਹਰ ਕੱਢੋ। ਨਦੀ ਦੇ ਵਿੱਚੋਂ ਸੰਦੂਕ ਨੂੰ ਬਾਹਰ ਕੱਢ ਕੇ ਇੱਕ ਜੰਗਲ ਦੇ ਵਿੱਚ ਲੁਕੋ ਦਿੰਦਾ ਹੈ ਤੇ ਸੋਚਦਾ ਵੀ ਮੈਂ ਅੱਜ ਰਾਤ ਨੂੰ ਇਹਨੂੰ ਮਹਿਲ ਦੇ ਵਿੱਚ ਲੈ ਜਾਵਾਂਗਾ, ਜਿੱਥੇ ਉਹ ਰਹਿੰਦਾ ਸੀ ਉਹਦੇ ਘਰ ਦੇ ਵਿੱਚ ਲੈ ਜਾਵਾਂਗਾ, ਕਿਉਂਕਿ ਜੇ ਦਿਨੇ ਲੈ ਕੇ ਗਿਆ ਤੇ ਲੋਕਾਂ ਨੂੰ ਪਤਾ ਲੱਗ ਜਾਣਾ ਵੀ ਆਹੀ ਸੰਦੂਕ ਹੈ, ਇਹ ਰਾਜੇ ਦੀ ਲੜਕੀ ਹੈ, ਇਹ ਪੰਡਤ ਨੇ ਸਾਰਾ ਕੁਝ ਕੀਤਾ ਹੈ। ਵੀ ਰਾਤ ਨੂੰ ਮੈਂ ਉਹਨੂੰ ਲੈ ਜਾਊਂਗਾ ਤੇ ਵਿਆਹ ਕਰ ਲੂੰਗਾ, ਫਿਰ ਮੈਨੂੰ ਕੋਈ ਰੋਕੇਗਾ ਨਹੀਂ, ਟੋਕੇਗਾ ਨਹੀਂ, ਕੁਝ ਕਰੇਗਾ ਨਹੀਂ। ਉੱਥੇ ਜੰਗਲ ਦੇ ਵਿੱਚ ਹੀ ਛੁਪਾ ਦਿੰਦਾ ਤੇ ਆਪਣੇ ਬੰਦਿਆਂ ਦੇ ਨਾਲ ਵਾਪਸ ਚਲਾ ਜਾਂਦਾ ਹੈ। ਹੋਰ ਰਿਆਸਤ ਦਾ ਰਾਜਾ ਆ ਜਾਂਦਾ ਹੈ, ਉਸੇ ਜੰਗਲ ਦੇ ਵਿੱਚ ਸ਼ਿਕਾਰ ਖੇਡਦਾ ਖੇਡਦਾ ਤੇ ਇੱਕ ਪਿੰਜਰੇ ਦੇ ਵਿੱਚ ਉਹਨੇ ਰਿੱਛ ਤਾੜਿਆ ਹੁੰਦਾ। ਰਿੱਛ ਉਹ ਜਦੋਂ ਲੈ ਕੇ ਆਉਂਦਾ, ਵੇਖਦਾ ਵੀ ਜੰਗਲ ਦੇ ਵਿੱਚ ਬੜਾ ਵੱਡਾ ਸੰਦੂਕ ਪਿਆ। ਉਹਨੇ ਆਖਿਆ ਵੀ ਇਹ ਸੰਦੂਕ ਦੇ ਵਿੱਚ ਕੋਈ ਖਜ਼ਾਨਾ ਹੀ ਨਾ ਹੋਵੇ। ਜਦੋਂ ਸੰਦੂਕ ਖੋਲ ਕੇ ਦੇਖਿਆ ਤੇ ਉਹਦੇ ਵਿੱਚੋਂ ਇੱਕ ਲੜਕੀ ਨਿਕਲੀ। ਲੜਕੀ ਨੇ ਰੋਂਦੀ ਰੋਂਦੀ ਨੇ ਆਪਦਾ ਹਾਲ ਸੁਣਾਇਆ, ਪੰਡਤ ਨੇ ਮੇਰੇ ਨਾਲ ਇਸ ਤਰ੍ਹਾਂ ਕੀਤਾ, ਮੈਨੂੰ ਨਦੀ ਵਿੱਚ ਜਲ ਪ੍ਰਵਾਹ ਕਰਵਾ ਦਿੱਤਾ, ਮੇਰੇ ਪਿਤਾ ਨੂੰ ਐਵੇਂ ਹੀ ਝੂਠੀਆਂ ਗੱਲਾਂ ਸੁਣਾ ਕਹਿ ਕੇ। ਤੇ ਹੁਣ ਉਹ ਜਿਹੜਾ ਦੂਜਾ ਰਿਆਸਤੀ ਰਾਜਾ ਸੀ, ਕੀ ਕੀਤਾ ਵੀ ਉਹਦੇ ਕੋਲ ਬੰਦੀ ਜਿਹੜਾ ਰਿੱਛ ਸੀ ਉਹ ਸੰਦੂਕ ਦੇ ਵਿੱਚ ਪਾ ਕੇ ਰੱਖ ਦਿੱਤਾ, ਉੱਤੋਂ ਬੰਦ ਕਰ ਦਿੱਤਾ ਤੇ ਉਹ ਲੜਕੀ ਨੂੰ ਲੈ ਕੇ ਆਪਦੇ ਰਾਜਪਾਟ ਦੇ ਵਿੱਚ ਚਲਾ ਗਿਆ, ਆਪਦੇ ਰਾਜ ਭਾਗ ਦੇ ਵਿੱਚ ਚਲਾ ਗਿਆ। ਹੁਣ ਰਾਤ ਹੋਈ ਤੇ ਪੰਡਤ ਆਇਆ, ਆਪਦੇ ਬੰਦਿਆਂ ਤੋਂ ਸੰਦੂਕ ਚੁਕਵਾ ਕੇ ਆਪਦੇ ਘਰੇ ਲੈ ਗਿਆ ਤੇ ਘਰੇ ਲਿਜਾ ਕੇ ਆਪਦੇ ਕਮਰੇ ਦੇ ਵਿੱਚ ਰੱਖ ਦਿੱਤਾ। ਕਮਰੇ ਨੂੰ ਕੀਤਾ ਬੰਦ ਤੇ ਜਦੀ ਚਾਵਾਂ ਦੇ ਨਾਲ ਸੰਦੂਕ ਨੂੰ ਖੋਲਦਾ ਹੈ, ਅੰਦਰੋਂ ਨਿਕਲਦਾ ਰਿੱਛ, ਬੜਾ ਭੁੱਖਾ ਰਿੱਛ, ਤੇ ਬੰਦ ਕਰਨ ਦੇ ਨਾਲ ਉਹਨੂੰ ਬੜਾ ਕ੍ਰੋਧ ਆ ਗਿਆ। ਅੰਦਰ ਬੈਠੇ ਬੈਠੇ ਪੰਡਤ ਨੂੰ ਉਹ ਮਾਰ ਸੁੱਟਦਾ, ਪਾੜ ਦਿੰਦਾ ਤੇ ਸਵੇਰ ਤੱਕ ਗੱਲ ਫੈਲ ਜਾਂਦੀ ਹੈ ਵੀ ਉਹ ਜਿਹੜਾ ਪੰਡਤ ਸੀ ਉਹ ਮਰ ਗਿਆ ਹੈ। ਤੇ ਜਦੋਂ ਰਾਜਾ ਆਣ ਕੇ ਦੇਖਦਾ, ਉਹ ਵੇਖਦਾ ਵੀ ਉੱਥੇ ਸੰਦੂਕ ਸੀ ਜਿਹੜਾ ਉਹ ਪ੍ਰਵਾਹ ਕੀਤਾ ਸੀ, ਉਹੀ ਸੰਦੂਕ ਇੱਥੇ ਪਿਆ। ਰਾਜੇ ਨੇ ਦੇਖਿਆ ਵੀ ਇਹ ਪੰਡਤ ਨੇ ਮੇਰੇ ਨਾਲ ਧੋਖਾ ਕੀਤਾ, ਇਹਦੀ ਜਿਹੜੀ ਸਜ਼ਾ ਸੀ ਇਹੀ ਹੋਣੀ ਚਾਹੀਦੀ ਸੀ। ਤੇ ਇਹ ਗੁਰੂ ਪਿਤਾ ਜੀ ਨੇ ਸਾਨੂੰ ਪੁਰਾਤਨ ਸਮੇਂ ਦੀ ਸਾਖੀ ਜਿਹੜੀ ਬਖਸ਼ਿਸ਼ ਕੀਤੀ, ਇਤਿਹਾਸਕਾਰ ਸਾਖੀਕਾਰ ਨੇ ਲਿਖਿਆ ਕਿ ਜਿਹਾ ਕਰਨਾ ਬੰਦੇ ਦਾ, ਜਿਹੇ ਜੇ ਕਰਮ ਹੋ ਜਾਂਦੇ ਨੇ ਉਹੋ ਜਿਹੀਆਂ ਉਹਦੀਆਂ ਭਰਣੀਆਂ ਹੋ ਜਾਂਦੀਆਂ। ਇਹਨਾਂ ਪੰਚਾਂ ਵਿਕਾਰਾਂ ਦੇ ਵਿੱਚੋਂ ਅੱਜ ਜਿਹੜਾ ਮੋਹ ਵਿਕਾਰ ਸੀ, ਮੋਹ ਦਾ ਵਿਕਾਰ, ਲੋਭ ਦਾ ਵਿਕਾਰ, ਲੋਭ ਭਲੇ ਪੈਸੇ ਦਾ ਹੋਵੇ, ਭਲੇ ਕਿਸੇ ਬੰਦੇ ਦੇ ਨਾਲ ਹੋਵੇ, ਪਿਆਰ ਹੋਵੇ, ਮੋਹ ਹੋਵੇ, ਭਾਵੇਂ ਇਸਤਰੀਆਂ ਸਤਰੀਆਂ ਦੇ ਨਾਲ, ਪਰਾਈਆਂ ਔਰਤਾਂ ਦੇ ਨਾਲ ਹੋਵੇ, ਇਹ ਮਾੜਾ ਹੈ ਭਾਈ। ਗੁਰੂ ਪਿਤਾ ਜੀ ਨੇ ਇਸੇ ਕਰਕੇ ਸਾਖੀਕਾਰ ਨੇ ਇਹ ਸਾਖੀ ਸਾਨੂੰ ਇਤਿਹਾਸ ਦੇ ਪੁਰਾਤਨ ਸਮੇਂ ਦੇ ਵਿੱਚੋਂ ਕੱਢ ਕੇ ਸਾਡੇ ਅੱਗੇ ਪੇਸ਼ ਕੀਤੀ ਹੈ। ਗੁਰਪ੍ਰਤਾਪ ਗ੍ਰੰਥ ਦੇ ਵਿੱਚ 14 ਅਧਿਆਏ ਤੇ ਇਹ ਗ੍ਰੰਥੀ ਜੇ ਇਹ ਸਾਖੀ ਹੈ ਜਿਹੜੀ ਇਹ ਸੁਸ਼ੋਭਿਤ ਹੈ। ਇਸੇ ਕਰਕੇ ਗੁਰੂ ਪਿਤਾ ਜੀ ਕਹਿੰਦੇ ਇਹਨਾਂ ਪੰਚਾਂ ਵਿਕਾਰਾਂ ਦੇ ਵਿੱਚੋਂ ਪਹਿਲਾਂ ਇਹੋ ਜਿਹੇ ਮਾੜੇ ਵਿਕਾਰਾਂ ਨੂੰ ਦੂਰ ਕਰ ਲੈ, ਲੋਭ ਦੇ ਵਿਕਾਰ ਨੂੰ, ਮੋਹ ਦੇ ਵਿਕਾਰ ਨੂੰ ਦੂਰ ਕਰ ਲੈ, ਤੇ ਦੂਸਰੇ ਵਿਕਾਰ ਹੈ ਜਿਹੜੇ ਤੇਰੇ ਵਿੱਚੋਂ ਆਪੇ ਹੌਲੀ ਹੌਲੀ ਹੈ ਦੂਰ ਹੋਣ ਲੱਗ ਜਾਣਗੇ। ਗੁਰੂ ਪਿਤਾ ਅੱਗੇ ਆਣ ਕੇ ਬੇਨਤੀ ਕਰਿਆ ਕਰ, ਪਾਤਸ਼ਾਹ ਚੰਗਾ ਜੀਵਨ ਜਿਉਣ ਦੀ ਮੈਨੂੰ ਦਾਤ ਬਖਸ਼ਿਸ਼ ਕਰ, ਚੰਗਾ ਜਿਹੜਾ ਜੀਵਨ ਬਤੀਤ ਕਰਨ ਦੀ ਮੈਨੂੰ ਦਾਤ ਬਖਸ਼ਿਸ਼ ਕਰ, ਮੈਂ ਤੇਰੇ ਚਰਨਾਂ ਦੇ ਨਾਲ ਲੱਗਿਆ ਰਵਾਂ, ਸਦਾ ਹੀ ਜੁੜਿਆ ਰਵਾਂ, ਵਿਕਾਰੀ ਨਾ ਬਣਾ।
ਤੇ ਜਿਹੜਾ ਹਰ ਰੋਜ਼ ਗੁਰੂ ਘਰ ਦੇ ਵਿੱਚ ਆਉਂਦਾ ਰਹਿੰਦਾ ਉਹਦਾ ਮਨ ਚੇਂਜ ਬਦਲ ਜਾਂਦਾ। ਗੁਰੂ ਪਿਤਾ ਨੇ ਤੇ ਸਿਰਫ ਔਰ ਸਿਰਫ ਇੱਕ ਨਜ਼ਰ ਮਾਰਨੀ ਹੁੰਦੀ ਹੈ ਮਿਹਰ ਦੀ, ਇੱਕ ਨਜ਼ਰ ਪਾਉਣੀ ਹੁੰਦੀ ਹੈ ਮਿਹਰ ਦੀ, ਤੇ ਬੰਦੇ ਦਾ ਮਨ ਹੈ ਜਿਹੜਾ ਨਾਲ ਦੀ ਨਾਲ ਬਦਲ ਜਾਂਦਾ, ਚੇਂਜ ਹੋ ਜਾਂਦਾ। ਵੱਡੇ ਤੋਂ ਵੱਡੇ ਸੱਜਣ ਠੱਗ, ਵੱਡੀਆਂ ਵੱਡੀਆਂ ਰਾਖਸ਼ਨੀਆਂ, ਵੱਡੇ ਵੱਡੇ ਪੰਡਤ ਸਿੱਧ ਗੁਰੂ ਪਿਤਾ ਜੀ ਦੇ ਤੱਕਣੀ ਦੇ ਨਾਲ ਹੀ ਮੋਹਿਤ ਹੋ ਗਏ, ਤੱਕਣੀ ਦੇ ਨਾਲ ਹੀ ਠੀਕ ਹੋ ਗਏ, ਸਹੀ ਹੋ ਗਏ। ਤੇ ਅਸੀਂ ਤੇ ਫਿਰ ਵੀ ਬੜੇ ਘੱਟ ਵਿਕਾਰੀ ਹਾਂ। ਉਹਨਾਂ ਐਡੇ ਐਡੇ ਠੱਗਾਂ ਨਾਲੋਂ ਅਸੀਂ ਕਿਸੇ ਦਾ ਕਤਲ ਤੇ ਨਹੀਂ ਕਰਦੇ, ਕਿਸੇ ਨੂੰ ਮਾੜਾ ਤੇ ਨਹੀਂ ਕਰਦੇ। ਇਸੇ ਕਰਕੇ ਗੁਰੂ ਪਿਤਾ ਅੱਗੇ ਅਰਦਾਸ ਬੇਨਤੀ ਕਰਿਆ ਕਰੀਏ, ਪਾਤਸ਼ਾਹ ਸਾਡੇ ਵਿੱਚੋਂ ਵਿਕਾਰਾਂ ਨੂੰ ਦੂਰ ਕਰ ਦਿਓ, ਵਿਕਾਰਾਂ ਨੂੰ ਕੱਢ ਦਿਓ। ਇਸੇ ਕਰਕੇ ਪਾਤਸ਼ਾਹ ਜੀ ਨੇ ਲਿਖਿਆ, ਭ੍ਰਮ ਮੋਹ ਧਰੋ ਸਭ ਨਿਕਸੈ ਜਬ ਕਾ ਦਰਸ਼ਨ ਪਾਇਆ। ਮੇਰਾ ਜਿਹੜਾ ਧਰੋ ਸੀ ਤੇ ਮੋਹ ਸੀ, ਲੋਕਾਂ ਦੇ ਨਾਲ, ਇਸਤਰੀਆਂ ਦੇ ਨਾਲ, ਮਾਇਆ ਦੇ ਨਾਲ ਮੋਹ ਸੀ, ਇਹ ਹੈ ਜਿਹੜਾ ਦੂਰ ਹੋ ਗਿਆ। ਧਰੋ ਭਾਵ ਛਲ ਕਪਟ ਸੀ, ਲੋਕਾਂ ਦੇ ਨਾਲ ਮਾੜਾ ਕਰਨਾ, ਛਲ ਕਰਨਾ, ਲੁੱਟਣਾ ਲੋਕਾਂ ਨੂੰ, ਇਹ ਦੂਰ ਹੋ ਗਿਆ। ਕਿਵੇਂ ਹੋਇਆ? ਜਬ ਕਾ ਦਰਸ਼ਨ ਪਾਇਆ, ਜਬ ਆਪ ਜੀ ਦਾ ਦਰਸ਼ਨ ਪਾਇਆ। ਜਦੋਂ ਦਾ ਮੈਂ ਤੁਹਾਡਾ ਦਰਸ਼ਨ ਪਾਇਆ ਉਦੋਂ ਦੇ ਮੇਰੇ ਲੋਭ ਮੋਹ ਹੈ ਜਿਹੜੇ ਦੂਰ ਹੋ ਗਏ ਨੇ, ਵਿਕਾਰ ਦੂਰ ਹੋ ਗਏ ਨੇ। ਵਰਤਨ ਨਾਮ ਨਾਨਕ ਸੱਚ ਕੀਨਾ, ਹਰ ਨਾਮੈ ਰੰਗ ਸਮਾਇਆ। ਗੁਰੂ ਜੀ ਆਪ ਜੀ ਦਾ ਨਾਮ ਹੈ ਜਿਹੜਾ, ਇਹ ਮੇਰੀ ਜ਼ਿੰਦਗੀ ਦੇ ਵਿੱਚ ਵਰਤਾਰਾ ਬਣ ਜਾਏ, ਵਰਤਨ ਲੱਗ ਜਾਏ, ਤੇ ਮੈਂ ਸਾਰਾ ਕੁਝ ਕਰਨ ਵਾਲਾ ਜਿਹੜਾ ਸੱਚ ਹੀ ਸੱਚ ਕਰਾਂ, ਸੱਚ ਹੀ ਬੋਲਾਂ, ਸੱਚ ਹੀ ਕਰਮ ਕਰਾਂ, ਸੱਚੀ ਬਾਣੀ ਦੇ ਨਾਲ ਜੁੜਾਂ। ਹਰ ਨਾਮੈ ਰੰਗ ਸਮਾਇਆ। ਹਰੀ ਪਰਮਾਤਮਾ ਪਰਮੇਸ਼ਵਰ, ਮੈਂ ਆਪ ਜੀ ਦੇ ਰੰਗ ਦੇ ਵਿੱਚ ਸਮਾ ਜਾਵਾਂ। ਗੁਰੂ ਪਿਤਾ, ਮੈਂ ਆਪ ਜੀ ਦੇ ਰੰਗ ਦੇ ਵਿੱਚ ਸਮਾ ਜਾਵਾਂ, ਅਭੇਦ ਹੋ ਜਾਵਾਂ, ਤੇ ਮੇਰਾ ਜਨਮ ਮਰਨ ਦਾ ਜਿਹੜਾ ਦੁੱਖ ਹੈ ਕੱਟਿਆ ਜਾਏਗਾ। ਜਨਮਾਂ ਜਨਮੰਤਰਾਂ ਦੀ ਜਿਹੜੀ ਮੈਲ ਹੈ ਇਹ ਕੱਟੀ ਜਾਏਗੀ। ਤੇ ਹੋਏਗਾ ਕਿਸ ਤਰ੍ਹਾਂ? ਗੁਰੂ ਘਰੇ ਆਉਣ ਦੇ ਨਾਲ, ਬਾਣੀ ਨਾਲ ਜੁੜਨ ਦੇ ਨਾਲ, ਆਪਣੇ ਬੱਚਿਆਂ ਨੂੰ, ਆਪਣੇ ਘਰਦਿਆਂ ਨੂੰ ਬਾਣੀ ਦੇ ਨਾਲ ਜੋੜਨ ਦੇ ਨਾਲ। ਜਿਹੜੇ ਘਰਾਂ ਦੇ ਵਿੱਚ ਬਾਣੀ ਦਾ ਪ੍ਰਕਾਸ਼ ਹੈ ਉੱਥੇ ਗੁਰਮੁਖ ਪੈਦਾ ਹੁੰਦੇ ਨੇ, ਤੇ ਜਿਹੜੇ ਘਰਾਂ ਦੇ ਵਿੱਚ ਬਾਣੀ ਦਾ ਇੱਕ ਅੱਖਰ ਤੱਕ ਨਹੀਂ, ਬਾਣੀ ਦੀ ਆਵਾਜ਼ ਤੱਕ ਨਹੀਂ, ਉੱਥੇ ਫਿਰ ਪਾਤਸ਼ਾਹ ਕਬੀਰ ਸਾਹਿਬ ਕਹਿੰਦੇ ਨੇ ਭੂਤ ਤੁਰੇ ਫਿਰਦੇ ਨੇ। ਭੂਤ ਸਾਡੇ ਅੰਦਰ ਨੇ। ਬੇਨਤੀ ਕੀਤੀ ਸੀ ਇੱਕ ਦਿਨ ਕਬੀਰ ਫਰੀਦ ਸਾਹਿਬ ਜੀ ਨੂੰ, ਕਬਰ ਨੇ ਆਵਾਜ਼ ਮਾਰੀ, ਲੋਕ ਮੈਥੋਂ ਡਰਦੇ ਨੇ, ਲੋਕ ਕਹਿੰਦੇ ਨੇ ਇੱਥੇ ਭੂਤ ਰਹਿੰਦੇ ਨੇ। ਕਬਰ ਕਹਿੰਦੀ ਜਦੋਂ ਬੰਦੇ ਦੇ ਘਰ ਵਾਲੀ, ਜਦੋਂ ਬੰਦੇ ਦਾ ਪੁੱਤਰ ਕਹਿ ਦਿੰਦਾ ਕਾਲੀ ਬਹੁਤ ਹੋ ਗਈ, ਲਾਸ਼ ਖਰਾਬ ਹੋ ਜਾਊ, ਉਦੋਂ ਮੈਂ ਬਾਹਾਂ ਚੱਕ ਕੇ ਉਹ ਬੰਦੇ ਨੂੰ ਆਪਦੇ ਅੰਦਰ, ਆਪਦੀ ਛਾਤੀ ਨਾਲ ਲਗਾਉਣੀ ਹੈ ਵੀ ਆ ਜਾ, ਆ ਤੇਰਾ ਅਸਲੀ ਘਰ ਹੈ। ਪਰ ਲੋਕ ਜਿਉਂਦੇ ਕਹਿੰਦੇ ਕਬਰਾਂ ਤੋਂ ਡਰਦੇ ਨੇ, ਪਰ ਜਿਹੜੀਆਂ ਸਾਡੇ ਅੰਦਰ ਅਸੀਂ ਆਪ ਕਬਰਾਂ ਪੁੱਟੀਆਂ ਨੇ, ਡਰਨਾ ਬੰਦੇ ਨੂੰ ਇਹਦੇ ਤੋਂ ਚਾਹੀਦਾ। ਅੰਦਰ ਕਬਰਾਂ ਕਿਹੜੀਆਂ ਨੇ? ਪੰਜ ਵਿਕਾਰ, ਅੰਦਰ ਟੋਏ ਪੁੱਟੇ ਹੋਏ ਨੇ ਮਾੜੇ ਵਿਕਾਰ। ਇਹਨਾਂ ਵਿਕਾਰਾਂ ਦੇ ਵਿੱਚ ਗਲਤਾਨ ਹੋ ਕੇ ਖੁੱਭ ਕੇ ਅਸੀਂ ਕਬਰਾਂ ਦੇ ਵਿੱਚ ਡਿੱਗਦੇ ਹਾਂ, ਤੇ ਉੱਪਰ ਜਿਹੜੀ ਅਗਿਆਨਤਾ ਦੀ ਮਿੱਟੀ ਹੈ ਇਹ ਪੈਂਦੀ ਹੈ ਤੇ ਸਾਨੂੰ ਦੱਬ ਕੇ ਮਾਰ ਦਿੰਦੀ ਹੈ ਕਬਰਾਂ ਦੇ ਵਿੱਚ। ਸਾਡੇ ਅੰਦਰਲੀਆਂ ਕਬਰਾਂ ਤੋਂ ਅਸੀਂ ਡਰਦੇ ਨਹੀਂ, ਬਾਹਰਲੀਆਂ ਕਬਰਾਂ ਸਿਵਿਆਂ ਤੋਂ ਡਰਦੇ ਹਾਂ। ਤੇ ਫਰੀਦ ਸਾਹਿਬ ਨੂੰ ਕਬਰ ਕਹਿੰਦੀ ਮੇਰੇ ਜਿੰਨੀ ਪਵਿੱਤਰ ਜਗ੍ਹਾ ਕੋਈ ਨਹੀਂ, ਪਰ ਲੋਕ ਐਵੇਂ ਹੀ ਮੂਰਖ ਮੈਥੋਂ ਡਰਦੇ ਪਏ ਨੇ। ਇਸੇ ਕਰਕੇ ਭਾਈ ਬਾਣੀ ਦੇ ਨਾਲ ਜੁੜੀਏ, ਨਾਨਕ ਪਾਤਸ਼ਾਹ ਜੀ ਦੇ ਦਰ ਨੂੰ ਛੱਡ ਕੇ ਨਹੀਂ, ਦਰ ਦੇ ਨਾਲ ਹੋਰਾਂ ਲੋਕਾਂ ਨੂੰ ਵੀ ਜੋੜ ਕੇ ਰੱਖੀਏ। ਆਪ ਸਭ ਸੰਗਤਾਂ ਦਾ ਬੜਾ ਧੰਨਵਾਦ ਜੋ ਹਰ ਰੋਜ਼ ਦੀ ਤਰ੍ਹਾਂ ਗੁਰੂ ਪਿਤਾ ਜੀ ਦੀ ਬਖਸ਼ੀ ਹੋਈ ਬਾਣੀ ਨੂੰ ਸਰਵਣ ਕਰਦੇ ਹੋ, ਬਾਣੀ ਦੇ ਨਾਲ ਜੁੜਦੇ ਹੋ। ਬੜੀਆਂ ਸਤਿਕਾਰ ਵਾਲੀਆਂ ਸੰਗਤਾਂ, ਵਿਡਭਾਗੇ ਪੁਰਸ਼ ਹੋ, ਗੁਰੂ ਘਰ ਦੇ ਵਿੱਚ ਆਣ ਕੇ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਜੁੜ ਕੇ ਸ੍ਰੇਸ਼ਟ ਸੁੱਖਾਂ ਦੀ ਪ੍ਰਾਪਤੀ ਕਰਦੇ ਹੋ।
ਬੜਾ ਧੰਨਵਾਦ ਹੈ ਆਪ ਸਭ ਸੰਗਤਾਂ ਦਾ। ਇੱਕ ਵੀ ਲਫ਼ਜ਼, ਇੱਕ ਵੀ ਅੱਖਰ ਆਪ ਜੀ ਕੀ ਸ਼ਾਨ ਖਿਲਾਫ, ਗੁਰੂ ਪਿਤਾ ਜੀ ਦੀ ਸ਼ਾਨ ਖਿਲਾਫ ਬੋਲਿਆ ਗਿਆ ਹੋਵੇ, ਆਪ ਸਭ ਸੰਗਤਾਂ ਨਾ ਚੀਜ਼ ਦੱਸ ਰਿਆਂ ਨੂੰ ਬਖਸ਼ ਲੈਣੀ ਆ। ਸੋ ਆਓ ਜਾਪ ਕਰੀਏ।